ਦੇਸ਼ ਦੁਨੀਆ ਵਿੱਚ ਐਸਡੀਟੀਵੀ ਪ੍ਰਾਈਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਸ਼ਮੀ ਡਾਵਰਾ ਤੇ ਮੈਂ ਹਾਂ ਜੀ ਰਣ ਬਹਾਦਰ ਸਿੰਘ। ਦੋਸਤੋ, ਹਮੇਸ਼ਾ ਦੀ ਤਰ੍ਹਾਂ ਹਾਜ਼ਰ ਹੋਏ ਹਾਂ ਤੁਹਾਡੇ ਲਈ ਪ੍ਰੋਗਰਾਮ ਲੈ ਕੇ ਇਨਸਾਈਡ ਖਬਰ। ਇਨਸਾਈਡ ਖਬਰ ਦੇ ਵਿੱਚ ਅਸੀਂ ਚਰਚਾ ਕਰਦੇ ਹਾਂ ਕੁਝ ਖਾਸ ਖਬਰਾਂ ਦੀ ਜਿਹੜੀਆਂ ਸੁਰਖੀਆਂ ਬਣੀਆਂ ਹੁੰਦੀਆਂ ਨੇ ਅਖਬਾਰਾਂ ਦੀਆਂ। ਤੇ ਰਾਣਾ ਜੀ, ਸਭ ਤੋਂ ਪਹਿਲਾਂ ਸਵਾਗਤ ਤੁਹਾਡਾ। ਤੇ ਸ਼ੁਕਰੀਆ ਜੀ। ਦੂਸਰੀ ਗੱਲ ਇਹ ਵੀ ਅੱਜ ਅਸੀਂ ਜਿਹੜੀ ਚੀਜ਼ ਲੈਣੀ ਹੈ, ਸਭ ਤੋਂ ਪਹਿਲੀ, ਕਿਉਂਕਿ ਵੈਸੇ ਤਾਂ ਦਿੱਲੀ ਦੇ ਵਿੱਚ ਕਿਸਾਨੀ ਮੁੱਦਾ ਜਿਹੜਾ ਹੈ ਉਹ ਭਖਿਆ ਹੋਇਆ ਹੈ। ਬਾਰਡਰ ਦੇ ਉੱਤੇ ਅੱਜ ਵੀ ਕਿਸਾਨ ਜਿਹੜੇ ਆ ਉਹ ਧਰਨੇ ਦੇ ਉੱਤੇ ਬੈਠੇ ਹੋਏ ਨੇ। ਸਰਕਾਰ ਆਪਣੇ ਵੱਲੋਂ ਕੋਸ਼ਿਸ਼ ਕਰ ਰਹੀ ਹੈ ਵੀ ਕਿਸੇ ਤਰ੍ਹਾਂ ਇਹ ਹਾਲੇ ਦਾ ਕਿੰਨੇ ਨਿਕਲ ਦਿਨ ਹੋ ਗਏ ਆਵੇ। ਦਾਉੜਾ ਜੀ? 23 ਦਿਨ ਹੋ ਗਏ ਜਾਂ 24? 23-24 ਦਿਨ ਹੋ ਗਏ, 24 ਦਿਨ ਬਿਲਕੁਲ ਹੋ ਗਿਆ। ਲੇਕਿਨ ਕਿਸਾਨਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇੱਕ ਸ਼ੁਰੂਆਤ ਕਰਨੀ ਚਾਹਾਂਗਾ ਜੋ ਸਾਡੇ ਇਲਾਕੇ ਨਾਲ ਸੰਬੰਧਿਤ ਰੱਖਦੀ ਹੈ। ਮੈਂ ਗੱਲ ਕਰਾਂਗਾ ਤੁਹਾਡੇ ਨਾਲ PACL ਦੀ, ਪੰਜਾਬ ਅਲਕਲੀਜ਼ ਐਂਡ ਕੈਮੀਕਲਸ ਲਿਮਟਿਡ ਫੈਕਟਰੀ, ਜਿਹੜੀ ਕਿ ਨੰਗਲ ਦੇ ਵਿੱਚ ਹੈ। ਔਰ ਕਿਹਾ ਜਾਂਦਾ ਹੈ ਕਿ ਇਸ ਫੈਕਟਰੀ ਨੂੰ ਹੁਣ ਨਿੱਜੀ ਹੱਥਾਂ ਦੇ ਵਿੱਚ ਦੇ ਦਿੱਤਾ ਹੈ, ਭਾਵ ਇਹਨੂੰ ਪ੍ਰਾਈਵੇਟ ਸੈਕਟਰ ਨੂੰ ਦੇ ਦਿੱਤਾ ਹੈ। ਤੇ ਇਹ ਵੀ ਕਿਹਾ ਜਾਂਦਾ ਹੈ ਕਿ ਕੋਸ਼ਿਸ਼ਾਂ ਤਾਂ ਬਹੁਤ ਪਹਿਲਾਂ ਤੋਂ ਚਾਲੂ ਸੀਗੀਆਂ, ਲੇਕਿਨ ਹੁਣ ਜਿਹੜੀ ਹੈ ਸਰਕਾਰ ਨੇ ਇਹਨੂੰ ਨਿੱਜੀ ਹੱਥਾਂ ਦੇ ਵਿੱਚ ਦੇ ਦਿੱਤਾ ਹੈ। ਸਵਾਲ ਨਿੱਜੀ ਹੱਥਾਂ ਦੇ ਵਿੱਚ ਦੇਣ ਦਾ ਨਹੀਂ ਆਇਆ, ਸਵਾਲ ਆਇਆ ਵੀ ਕੋਡੀਆਂ ਦੇ ਭਾਅ ਨਿੱਜੀ ਹੱਥਾਂ 'ਚ ਦੇ ਦਿੱਤਾ ਗਿਆ। ਕਿਹਾ ਜਾ ਰਿਹਾ ਹੈ ਕਿ 500 ਕਰੋੜ ਦੀ ਜਾਇਦਾਦ ਨੂੰ ਸਿਰਫ ਤੇ ਸਿਰਫ 45 ਕਰੋੜ ਰੁਪਏ ਦੇ ਵਿੱਚ ਵੇਚ ਦਿੱਤਾ ਗਿਆ ਹੈ। ਕਿਉਂ ਰਾਣਾ ਜੀ, ਕੀ ਕਹਿਣਾ ਚਾਹੋਗੇ? ਦਾਉੜਾ ਜੀ, ਸਵਾਲ ਤੁਸੀਂ ਜਿਹੜਾ ਕੀਤਾ ਹੈ, ਇਸ ਸਵਾਲ ਨੂੰ ਜੇ ਅਸੀਂ ਥੋੜ੍ਹੇ ਵੱਡੇ ਪਰਸਪੈਕਟਿਵ ਵਿੱਚ ਦੇਖੀਏ, ਬਰੋਡਰ ਪਰਸਪੈਕਟਿਵ 'ਚ ਦੇਖੀਏ, ਜਦੋਂ ਭਾਰਤ ਆਜ਼ਾਦ ਹੋਇਆ ਉਦੋਂ ਸੋਸ਼ਲਿਸਟਿਕ ਇਕੋਨਮੀ ਪਲੱਸ ਜਿਹੜੀ ਕੈਪੀਟਲਿਸਟਿਕ ਇਕੋਨਮੀ, ਇੱਕ ਮਿਕਸਡ ਇਕੋਨਮੀ ਦੀ ਸ਼ੁਰੂਆਤ ਅਸੀਂ ਕੀਤੀ ਸੀ ਕਿ ਪ੍ਰਾਈਵੇਟ ਸੈਕਟਰ ਵੀ ਕੰਮ ਕਰੂਗਾ ਅਤੇ ਉਹਦੇ ਬਰਾਬਰ, ਉਹਦੇ ਪੈਰਲਲ, ਉਹਦੇ ਕੰਪੀਟੀਸ਼ਨ 'ਚ ਜਿਹੜਾ ਹੈ ਉਹ ਸਰਕਾਰੀ ਸੈਕਟਰ ਵੀ ਕੰਮ ਕਰੂਗਾ। ਬਿਲਕੁਲ। ਕੁਝ ਖੇਤਰ ਸਰਕਾਰੀ ਸੈਕਟਰ ਕੋਲ ਐਕਸਕਲੂਸਿਵ ਸੀ, ਜਿਵੇਂ ਡਿਫੈਂਸ ਤੇ ਟੈਲੀਕਮਿਊਨੀਕੇਸ਼ਨ ਸੀ, ਕਿ ਇਹ 'ਚ ਪ੍ਰਾਈਵੇਟ ਸੈਕਟਰ ਨਹੀਂ ਆਏਗਾ। ਪਰ ਬਾਕੀ ਸੈਕਟਰਸ ਜਿਹੜੇ ਉਹਦੇ 'ਚ ਦੋਹੇ ਪ੍ਰਾਈਵੇਟ ਸੈਕਟਰ ਵੀ ਤੇ ਪ੍ਰਾਈਵੇਟ ਸੈਕਟਰ ਵੀ ਕੰਪੀਟ ਕਰਦਾ ਸੀ ਜੀ। ਪਰ ਹੌਲੀ ਹੌਲੀ ਹਾਲਾਤ ਬਦਲੇ ਦੁਨੀਆ 'ਚ। ਇਹ ਕਿਹਾ ਜਾਣ ਲੱਗਿਆ ਕਿ ਗਵਰਨਮੈਂਟ ਦਾ ਇਹ ਕੰਮ ਨਹੀਂ ਹੈ, ਗਵਰਨਮੈਂਟ ਹੈਜ਼ ਨੋ ਬਿਜ਼ਨਸ ਟੂ ਬੀ ਇਨ ਬਿਜ਼ਨਸ, ਕਿ ਗਵਰਨਮੈਂਟ ਦਾ ਕੰਮ ਬਿਜ਼ਨਸ ਕਰਨਾ ਨਹੀਂ ਹੈ ਜੀ। ਸਰਫ ਸੋਡਾ ਬਣਾਉਣਾ ਗਵਰਨਮੈਂਟ ਦਾ ਕੰਮ ਨਹੀਂ ਹੈ, ਆਲੂ ਟਮਾਟਰ ਵੇਚਣੇ ਖਰੀਦਣੇ, ਚਿਪਸ ਬਣਾਉਣੇ ਗਵਰਨਮੈਂਟ ਦਾ ਕੰਮ ਨਹੀਂ ਹੈ, ਪੈਪਸੀ ਕੋਕ ਬਣਾਉਣਾ ਗਵਰਨਮੈਂਟ ਦਾ ਕੰਮ ਨਹੀਂ ਹੈ, ਕੋਲਾ ਖਾਨਾ 'ਚੋਂ ਕੱਢਣਾ ਵੇਚਣਾ, ਤੇਲ ਲਿਆ ਕੇ ਵੇਚਣਾ, ਇਹ ਗਵਰਨਮੈਂਟ ਦਾ ਕੰਮ ਨਹੀਂ ਹੈ। ਗਵਰਨਮੈਂਟ ਸਿਰਫ ਇੱਕ ਰੈਗੂਲੇਟਰ ਦੇ ਤੌਰ ਤੇ ਕੰਮ ਕਰਨਾ ਚਾਹੀਦਾ ਗਵਰਨਮੈਂਟ ਜੀ। ਉਹਦਾ ਕਾਰਨ ਇਹ ਸੀ ਕਿ ਸਰਕਾਰੀ ਸੈਕਟਰ 'ਚ ਬਹੁਤ ਸਾਰੀਆਂ ਕਮੀਆਂ ਸੀ। ਸਰਕਾਰੀ ਸੈਕਟਰ ਭਾਵੇਂ ਕਿ ਲੋਕਾਂ ਨੂੰ ਇੱਕ ਜੌਬ ਸਿਕਿਉਰਿਟੀ ਦਿੰਦਾ, ਲੋਕਾਂ ਨੂੰ ਰੋਜ਼ਗਾਰ ਵੀ ਦਿੱਤਾ, ਸਰਕਾਰੀ ਸੈਕਟਰ ਨੇ ਬੜੇ ਤਰੱਦਦ ਨਾਲ ਜਿਹੜਾ ਹੈ ਦੇਸ਼ ਦੀ ਇਕੋਨਮੀ ਨੂੰ ਹੁਲਾਰਾ ਵੀ ਦਿੱਤਾ ਤੇ ਅੱਜ ਅਸੀਂ ਇੱਥੇ ਤੱਕ ਪਹੁੰਚੇ ਹਾਂ। ਹੈਵੀ ਇੰਡਸਟਰੀ ਦੇਸ਼ ਦੀ ਹੈ ਜਿਹੜੀ ਪੰਡਿਤ ਜਵਾਹਰ ਲਾਲ ਜੀ ਨੇ ਸ਼ੁਰੂ ਕੀਤੀ ਸੀ। ਉਹਦੇ ਬਹੁਤ ਸਾਰੇ ਇੱਦਾਂ ਦੇ ਨਵਰਤਨ ਕੰਪਨੀਆਂ ਸੀ ਜਿਨ੍ਹਾਂ ਨੇ ਦੇਸ਼ ਦੀ ਇਕੋਨਮੀ ਨੂੰ ਹੁਲਾਰਾ ਦਿੱਤਾ। ਪਰ ਹੌਲੀ ਹੌਲੀ ਇਹ ਕਿਹਾ ਜਾਣ ਲੱਗਿਆ ਕਿ ਗਵਰਨਮੈਂਟ ਨੂੰ ਇਹਨਾਂ ਸੈਕਟਰਾਂ 'ਚੋਂ ਬਾਹਰ ਆਉਣਾ ਚਾਹੀਦਾ, ਇਹ ਪ੍ਰਾਈਵੇਟ ਜਿਹੜੇ ਅੰਤਰਪ੍ਰਨਿਓਰ ਹੈ ਉਹਨਾਂ ਨੂੰ ਕੰਮ ਕਰਨੇ ਚਾਹੀਦੇ ਜੀ। ਸੋ 1991 ਤੋਂ ਬਾਅਦ ਇਸ ਚੀਜ਼ ਨੇ ਜਿਹੜਾ ਹੈ ਉਹ ਜ਼ਿਆਦਾ ਰਫ਼ਤਾਰ ਫੜੀ, ਜਦੋਂ ਦੇਸ਼ 'ਚ ਪ੍ਰਾਈਵੇਟਾਈਜੇਸ਼ਨ, ਲਿਬਰਲਾਈਜੇਸ਼ਨ ਤੇ ਗਲੋਬਲਾਈਜੇਸ਼ਨ ਦਾ ਦੌਰ ਵਧਿਆ। ਬਿਲਕੁਲ। ਕਿ ਸਰਕਾਰ ਨੇ ਪ੍ਰਾਈਵੇਟ ਸੈਕਟਰ ਨੂੰ ਉਹਨਾਂ ਖੇਤਰਾਂ 'ਚ ਵੀ ਆਉਣ ਦਿੱਤਾ। ਜਿਹੜਾ ਟੈਲੀਕਾਮ ਸੈਕਟਰ ਹੈ, ਪਹਿਲਾਂ ਸਿਰਫ ਸਾਡੇ ਕੋਲ ਜਿਹੜੀ ਹੈ ਉਹ ਡਿਪਾਰਟਮੈਂਟ ਆਫ ਟੈਲੀਕਾਮ ਹੁੰਦਾ ਸੀ, ਫਿਰ ਉਹਦਾ BSNL ਬਣਿਆ, MTNL ਬਣਿਆ। ਗਵਰਨਮੈਂਟ ਨੇ ਉਹਦੇ 'ਚ ਪ੍ਰਾਈਵੇਟ ਇਨਵੈਸਟਮੈਂਟ ਨੂੰ ਜਗ੍ਹਾ ਦਿੱਤੀ ਤੇ ਬਹੁਤ ਸਾਰੀਆਂ ਪ੍ਰਾਈਵੇਟ ਕੰਪਨੀਆਂ ਆਈਆਂ ਜਿਹਦੇ ਨਾਲ ਲੋਕਾਂ ਦੀ ਜਿਹੜੀ ਹੈ ਉਹ ਜ਼ਰੂਰਤਾਂ ਵੀ ਪੂਰੀਆਂ ਹੋਈਆਂ, ਰੋਜ਼ਗਾਰ ਵੀ ਵਧਿਆ ਤੇ ਟੈਲੀਕਾਮ ਖੇਤਰ 'ਚ ਵੀ ਸੁਧਾਰ ਹੋਇਆ। ਬਿਲਕੁਲ। ਅਸੀਂ ਆਪਣਾ ਮੀਡੀਆ 'ਚ ਲੈ ਲੈਂਦੇ ਹਾਂ, ਪਹਿਲਾਂ ਸਿਰਫ ਇੱਕ ਦੂਰਦਰਸ਼ਨ ਐਕਸਕਲੂਸਿਵ ਖਬਰਾਂ ਦਿੰਦਾ ਹੁੰਦਾ ਸੀ। ਗਵਰਨਮੈਂਟ ਨੇ ਇਜਾਜ਼ਤ ਦਿੱਤੀ ਕਿ ਪ੍ਰਾਈਵੇਟ ਆ ਕੇ ਵੀ ਇੱਥੇ ਇਨਵੈਸਟਮੈਂਟ ਕਰ ਸਕਦਾ ਹੈ ਇਹਦੇ 'ਚ, ਟੈਲੀਵਿਜ਼ਨ ਤੇ ਪ੍ਰਿੰਟ ਮੀਡੀਆ 'ਚ, ਤੇ ਨਵੇਂ ਚੈਨਲ ਆਏ ਤੇ ਸਾਨੂੰ ਜਿਹੜੀਆਂ ਖਬਰਾਂ ਦਾ ਵੀ ਤੇ ਐਂਟਰਟੇਨਮੈਂਟ ਦਾ ਤੇ ਸਾਡਾ ਪੱਧਰ ਵੀ ਵਧਿਆ ਜੀ। ਸੋ ਇਸ ਗੱਲ ਕਰਕੇ ਜਿਹੜਾ ਹੈ ਇਹ ਕਿਹਾ ਜਾਣ ਲੱਗਿਆ ਸੀ ਗਵਰਨਮੈਂਟ ਨੂੰ ਬਾਹਰ ਆ ਜਾਣਾ ਚਾਹੀਦਾ। ਇਹ PACL ਦਾ ਮੁੱਦਾ ਜਿਹੜਾ ਹੈ, ਇਹਨੂੰ ਵੀ ਜੇ ਅਸੀਂ ਇਸੇ ਸੰਦਰਭ 'ਚ ਦੇਖੀਏ, PACL ਘਾਟੇ 'ਚ ਚੱਲਦਾ ਸੀ ਜੀ। PACL ਬਹੁਤ ਚਿਰ ਜਿਹੜਾ ਹੈ ਇਹ ਘਾਟੇ ਚੱਲਦਾ ਸੀ। ਪੰਜਾਬ ਇੰਡਸਟਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ ਹੈ, ਜਿਹੜਾ ਪੰਜਾਬ ਸਰਕਾਰ ਦਾ ਇੱਕ ਅਦਾਰਾ ਹੈ, ਉਹਦੀ ਇਹਦੇ 'ਚ 51% ਹਿੱਸੇਦਾਰੀ ਹੈ। ਇਹ ਘਾਟੇ 'ਚ ਚੱਲਣ ਕਰਕੇ ਪਿਛਲੀ ਸਰਕਾਰ ਨੇ ਵੀ ਕੋਸ਼ਿਸ਼ਾਂ ਕੀਤੀਆਂ ਸੀ ਤੇ ਇਹਨੂੰ ਜਿਹੜਾ ਹੈ ਉਹ ਪ੍ਰਾਈਵੇਟ ਹੱਥਾਂ 'ਚ ਦੇ ਦਿੱਤਾ ਜਾਵੇ ਤਾਂ ਕਿ ਇਹ ਐਫੀਸ਼ੀਐਂਟਲੀ ਰਨ ਕਰੇ, ਤਾਂ ਕਿ ਜਿਹੜਾ ਹੈ ਇਹ ਚੱਲਦਾ ਰਹੇ। ਜੀ। ਪਰ ਹੋਇਆ ਕੀ ਹੈ, ਹਾਲਾਤ ਬਦਲੇ, ਅੰਤਰਰਾਸ਼ਟਰੀ ਕੈਮੀਕਲ ਦੀਆਂ ਜਿਹੜੀਆਂ ਕੀਮਤਾਂ ਗਈਆਂ ਅੰਤਰਰਾਸ਼ਟਰੀ ਬਾਜ਼ਾਰ 'ਚ ਕਾਫੀ ਵੱਧ ਗਈਆਂ। ਉਹਦਾ ਕਾਰਨ ਸੀ ਕਿ ਕੁਝ ਚਾਈਨਾ ਤੋਂ ਕੈਮੀਕਲ ਇੰਪੋਰਟ ਹੁੰਦਾ ਸੀ, ਉੱਥੇ এনवायरमेंट ਸਟੈਂਡਰਡ ਵਧਣ ਕਰਕੇ ਚਾਈਨਾ ਨੇ ਬੰਦ ਕਰਤੀਆਂ। ਇੰਟਰਨੈਸ਼ਨਲ ਮਾਰਕੀਟ 'ਚ ਕਾਫੀ ਰੇਟ ਕੈਮੀਕਲ ਦਾ ਵੱਧ ਗਿਆ ਤੇ PACL ਜਿਹੜੀ ਹੈ ਉਹ ਵੱਧਦੀ ਚਲੀ ਗਈ ਤੇ ਹੁਣ ਪਿਛਲੇ 2-3 ਸਾਲਾਂ 'ਚ ਪ੍ਰੋਫਿਟ ਕਮਾ ਕੇ ਦੇ ਰਹੀ ਹੈ। ਬਿਲਕੁਲ।
ਯੂਨੀਅਨਾਂ ਦਾ ਇਹ ਕਹਿਣਾ ਕਿ ਜਦੋਂ ਪ੍ਰੋਫਿਟ ਕਮਾ ਰਹੀ ਹੈ ਤੁਸੀਂ ਇਹਨੂੰ ਕਿਉਂ ਪ੍ਰਾਈਵੇਟ ਹੱਥਾਂ 'ਚ ਦੇ ਰਹੇ ਹੋ। ਸਰਕਾਰ ਦਾ ਇਹ ਹੈ ਸਟੈਂਡ ਕਿ ਹੁਣ ਇਹਦੀ ਕੀਮਤ ਸਾਨੂੰ ਚੰਗੀ ਮਿਲ ਸਕਦੀ ਹੈ, ਕਿਉਂਕਿ ਇਸ ਵੇਲੇ ਕੈਮੀਕਲ ਦਾ ਰੇਟ ਚੰਗਾ ਤੇ ਇਹਦਾ ਸ਼ੇਅਰ ਪ੍ਰਾਈਸ ਵੀ ਜਿਹੜੇ ਹੈ ਉਹ ਚੰਗੇ ਆ। 1 ਕਰੋੜ ਦੇ ਕਰੀਬ ਸ਼ੇਅਰ ਹੈ ਜਿਹੜੇ ਉਹ PACL ਦੇ ਵਿੱਚ ਹੈ, ਪੰਜਾਬ ਇੰਡਸਟਰੀ ਡਿਵੈਲਪਮੈਂਟ ਕਾਰਪੋਰੇਸ਼ਨ ਦੇ, ਤੇ ਉਹ 43-44 ਰੁਪਏ ਨੂੰ ਸ਼ੇਅਰ ਜਿਹੜਾ ਜੇ ਵਿਕੇ, ਤੇ ਅੱਜ ਜੇ 50 ਰੁਪਏ ਕੀਮਤ ਹੈ, 43-44 ਤੇ ਮੇਰੇ ਖਿਆਲ 'ਚ ਸੌਦਾ ਹੋਇਆ ਸੀ। ਉਹ ਪ੍ਰੈਫਰੈਂਸ਼ੀਅਲ ਸ਼ੇਅਰ ਜਿਹੜੇ ਹੈ ਉਹ ਕਿਸੇ ਨੂੰ ਉਹ ਦੇ ਦਿੱਤੇ ਗਏ। ਸੋ ਇਹ ਇੱਕ ਸਿਰਫ ਪੰਜਾਬ ਦਾ ਹੀ ਮੁੱਦਾ ਨਹੀਂ ਹੈ, ਪੂਰੇ ਦੇਸ਼ 'ਚ ਵੀ ਤੁਸੀਂ ਦੇਖੀਏ ਨਰਿੰਦਰ ਮੋਦੀ ਜੀ ਨੇ ਬਹੁਤ ਸਾਰੀਆਂ ਚੀਜ਼ਾਂ ਜਿਹਦੇ 'ਚ ਪ੍ਰਾਈਵੇਟ ਇਨਵੈਸਟਮੈਂਟ ਨੂੰ ਹੁਲਾਰਾ ਦਿੱਤਾ, ਰੇਲਵੇ ਤੱਕ ਕਰਤਾ, ਬਿਲਕੁਲ, ਤੇ ਜਿਹਦੇ ਨਾਲ ਜਿਹੜਾ ਸੁਧਾਰ ਹੁੰਦਾ। ਸੋ ਇਹ ਠੀਕ ਹੈ ਕਿ ਇਹਨਾਂ ਚੀਜ਼ਾਂ ਨੂੰ ਜੇ ਅਸੀਂ ਐਫੀਸ਼ੀਐਂਟਲੀ ਰਨ ਨਹੀਂ ਕਰ ਸਕੇ ਤਾਂ ਕਿਤੇ ਨਾ ਕਿਤੇ ਦੋਸ਼ੀ ਜਿਹੜੇ ਹੈ ਉਹ ਸਰਕਾਰਾਂ ਵੀ ਨੇ, ਜਿਨ੍ਹਾਂ ਨੇ ਇੱਥੇ ਇਹਨੂੰ ਮੈਰਿਟ ਦੇ ਆਧਾਰ 'ਤੇ ਰੱਖਣ ਦੀ ਬਜਾਏ ਆਪਣੇ ਜਿਹੜੇ ਚਹੇਤਿਆਂ ਨੂੰ ਭਰਤੀ ਕਰਨ ਲਈ ਉਹਨਾਂ ਤੋਂ, ਜਿੱਦਾਂ ਆਪਾਂ ਦੇਖੀਏ ਬਿਊਰੋਕਰੇਸੀ ਨੂੰ ਰਨ ਕਰਦੀ ਹੈ, ਬਜਾਏ ਕਿ ਇਹਨੂੰ ਰਨ ਕਰੇ ਕੋਈ ਨਾ ਕੋਈ ਇਹੋ ਬੰਦਾ ਜਿਹੜਾ ਇਹਨੂੰ ਕੈਮੀਕਲ ਨੂੰ ਸਮਝਦਾ ਹੋਵੇ। ਉਹ ਬਿਊਰੋਕਰੈਟਸ ਆਉਂਦੇ, ਉਹ 2-3 ਸਾਲ ਦਾ ਆਪਣਾ ਟੈਨਿਓਰ ਪੂਰਾ ਕਰਕੇ ਅੱਗੇ ਚਲੇ ਜਾਂਦੇ। ਸੋ ਇਹ ਸਾਰੇ ਕਮੀਆਂ ਆ। ਅਸੀਂ ਰੋਡਵੇਜ਼ ਨੂੰ ਦੇਖ ਲਈਏ। ਨਹੀਂ, ਮੈਂ ਇਹ ਠੀਕ ਹੈ ਤੁਹਾਡੀ ਗੱਲ, ਤੁਸੀਂ ਬਹੁਤ ਸਾਰੀਆਂ ਐਗਜ਼ਾਮਪਲਸ ਦਿੱਤੀਆਂ। ਦੇਖੋ, ਅਗਰ ਤੁਸੀਂ ਕਿਹਾ ਵੀ BSNL ਆਈ, BSNL ਦੇ ਅਗੇਂਸਟ ਜਿਹੜੇ ਹੈ ਅੱਜ ਅਸੀਂ ਜੀਓ, ਫਲਾਣਾ ਟਮਕਾਣਾ, ਬਹੁਤ ਸਾਰੇ ਟੈਲੀਕਾਮ ਏਜੰਸੀਆਂ, BSNL ਖੜੀ ਹੈ ਆਪਣੇ ਲੈਵਲ ਤੇ, ਖੜੀ ਹੈ ਨਾ। ਦੂਰਦਰਸ਼ਨ ਦੀ ਐਗਜ਼ਾਮਪਲ ਦਿੱਤੀ, ਦੂਰਦਰਸ਼ਨ ਤਾਂ ਨਿੱਜੀ ਸੈਕਟਰ ਨੂੰ ਨਹੀਂ ਨਾ ਦਿੱਤਾ, ਚਾਹੇ ਲੱਖਾਂ ਹੀ ਚੈਨਲ ਆ ਗਏ, ਚਾਹੇ ਅੱਜ ਅਸੀਂ ਸੋਸ਼ਲ ਮੀਡੀਆ ਦੇ ਹਜ਼ਾਰਾਂ ਚੈਨਲਾਂ ਦੀ ਗੱਲ ਕਰ ਲਈਏ, ਲੱਖਾਂ 'ਚ, ਲੇਕਿਨ ਦੂਰਦਰਸ਼ਨ ਤਾਂ ਅੱਜ ਵੀ ਦੂਰਦਰਸ਼ਨ ਖੜਾ ਹੈ ਨਾ। ਇਸੇ ਤਰ੍ਹਾਂ PACL ਜਿਹੜੀ ਹੈ, ਅਗਰ PACL ਦੇ ਵਿੱਚ ਕਿਸੇ ਨੂੰ ਨਿੱਜੀ ਸੈਕਟਰ ਵਿੱਚ ਦੇਣੀ ਸੀ ਤਾਂ ਨਿੱਜੀ ਕੰਪਨੀਆਂ ਬਹੁਤ ਜਿਹੜੀਆਂ ਹੈ ਉਹ ਕੈਮੀਕਲਸ ਬਣਾ ਰਹੀਆਂ ਨੇ, ਉਹਨਾਂ ਨੂੰ ਜਿੰਨੀ ਮਰਜ਼ੀ ਇਜਾਜ਼ਤ ਦਿੱਤੀ ਜਾਵੇ, ਲੇਕਿਨ ਇੱਕ ਅੱਜ ਦੀ ਤਾਰੀਖ 'ਚ ਪ੍ਰੋਫਿਟ ਦੇ ਵਿੱਚ ਚੱਲਦੀ ਫੈਕਟਰੀ ਨੂੰ ਨਿੱਜੀ ਹੱਥਾਂ ਦੇ ਵਿੱਚ ਦੇ ਦੇਣਾ। ਦੂਸਰੀ ਗੱਲ ਇਹ ਵੀ ਕਿਆ ਕਿਸੇ ਨੇ ਉਸ ਦਾ ਐਨਾਲਿਸਿਸ ਨਹੀਂ ਕੀਤਾ, ਉਸ ਦਾ ਸਰਵੇ ਨਹੀਂ ਕੀਤਾ ਵੀ ਇਹ ਫੈਕਟਰੀ ਦੀ ਅੱਜ ਦੀ ਤਾਰੀਖ ਦੇ ਵਿੱਚ ਕੀਮਤ ਕਿੰਨੀ ਹੈ, ਤੇ ਜਾ ਕੇ ਇੱਕ ਚਹੇਤਿਆਂ ਨੂੰ, ਇੱਕ ਪਾਸੇ ਤਾਂ ਆਇਆ ਵੀ ਉਹ ਬੰਦੇ ਨੂੰ ਕਿਹਾ ਜਾ ਰਿਹਾ ਵੀ ਜਿਹਦੇ ਕੋਲ ਮੈਕਸਿਮਮ ਸ਼ੇਅਰ ਸੀਗੇ ਉਹ ਇਹਦਾ ਓਨਰ ਬਣ ਗਿਆ, ਉਹਨੇ ਬਾਕੀ ਸ਼ੇਅਰ ਖਰੀਦ ਲਏ। ਕੁਛ ਇਹ ਕਿਹਾ ਜਾਂਦਾ ਹੈ ਵੀ ਕੁਛ ਲੀਡਰਾਂ ਨੇ ਹੀ, ਜਿਹੜੇ ਲੀਡਰ ਹੈ ਉਹ ਇਹਦੇ ਮਤਲਬ ਉਹਨਾਂ ਦੇ ਰਿਸ਼ਤੇਦਾਰੀ ਦੇ ਹਿੱਸੇਦਾਰੀ ਦੇ ਵਿੱਚ ਆ ਗਏ ਆ, ਤੇ ਤਕਰੀਬਨ ਜਿਹੜੀ 500 ਕਰੋੜ ਦੇ ਕਰੀਬ ਫੈਕਟਰੀ ਸੀ, ਕਿਉਂਕਿ 88 ਏਕੜ ਦੇ ਉੱਤੇ ਲਗਭਗ 88-90 ਏਕੜ ਤੇ ਇਹ ਫੈਕਟਰੀ ਲੱਗੀ ਹੋਈ ਹੈ, ਜਿਹਦੇ ਵਿੱਚ ਰਿਹਾਇਸ਼ੀ ਕਲੋਨੀ ਵੀ ਹੈ, ਫੈਕਟਰੀ ਵੀ ਹੈ, ਬਹੁਤ ਕੁਝ ਹੋਰ ਵੀ ਹੈ। ਉਹਦੀ ਇੱਕ ਰੀਅਲ ਅਸਟੇਟ ਵੈਲਿਊ ਜਿਹੜੀ ਆ 45 ਕਰੋੜ ਤੋਂ ਬਹੁਤ ਜ਼ਿਆਦਾ ਸੀ, ਜਿਹੜੀ 45 ਕਰੋੜ ਰੁਪਏ ਵਿੱਚ ਵਾਕਈ ਕੋਡੀਆਂ ਦੇ ਭਾਅ ਦੇ ਦਿੱਤੀ ਗਈ। ਕਿਉਂ ਨਹੀਂ ਦਾ ਸਰਵੇ ਕਰਾਇਆ ਗਿਆ? ਦੇਖੋ, ਜਿਹੜਾ ਤੁਸੀਂ ਇਹ ਸਵਾਲ ਕਰਦੇ ਹੋ ਤੁਹਾਡੇ ਪਹਿਲੇ ਸਵਾਲ ਨਾਲ ਹੀ ਜੁੜਿਆ ਹੈ ਕਿ ਠੀਕ ਹੈ ਕਿ ਤੁਸੀਂ ਪ੍ਰਾਈਵੇਟ ਇਨਵੈਸਟਮੈਂਟ ਨੂੰ ਹੁਲਾਰਾ ਦੇਣਾ, ਪਰ ਤੁਸੀਂ ਜੇ ਇਹਨਾਂ ਨੂੰ ਵੀ ਉਹਦੇ ਕੰਪੀਟੀਸ਼ਨ 'ਚ ਖੜਾ ਕਰੋ, ਚੰਗੀ ਤਰ੍ਹਾਂ ਚਲਾਓ, ਤਾਂ ਇਹਦੇ ਨਾਲ ਲੋਕਾਂ ਦਾ ਵੀ ਫਾਇਦਾ ਹੋ ਸਕਦਾ, ਸਰਕਾਰ ਨੂੰ ਵੀ ਰੈਵਨਿਊ ਜਨਰੇਟ ਹੋ ਸਕਦੀ, ਤੇ ਹੋਰ ਇਹਦੇ ਨਾਲ ਜਿਹੜਾ ਦੇਖੋ ਸਾਡੇ PACL ਹੈ, ਇਹਦੇ ਨਾਲ ਜੁੜਿਆ ਹੋਇਆ ਕਾਫੀ ਹੋਰ ਕਾਰੋਬਾਰ ਵੀ ਹੈ। ਅਸੀਂ ਡਿਸਕਸ ਕਰਦੇ ਹੁੰਦੇ ਹਾਂ ਕਿ ਦੇਖੋ ਟਰਾਂਸਪੋਰਟ ਹੈ, ਸਾਡੇ ਟਰੱਕ ਯੂਨੀਅਨ ਨੰਗਲ ਹੈ, ਉਹਦਾ ਜ਼ਿਆਦਾਤਰ ਕਾਰੋਬਾਰ ਜੇ ਅਸੀਂ 90% ਕਹਿ ਲਈਏ ਉਹ PACL ਤੇ NFL ਜਿਹੜਾ ਹੈ ਕਾਰਖਾਨਾ ਇਹਨਾਂ ਨਾਲ ਜੁੜਿਆ ਹੋਇਆ। ਅੱਜ ਜਦੋਂ PACL ਤੁਸੀਂ ਪ੍ਰਾਈਵੇਟਾਈਜ਼ ਹੱਥਾਂ 'ਚ ਦੇ ਦੇਣੀ, ਤੇ ਉਹਨਾਂ ਨੇ ਇਹਨੂੰ ਐਫੀਸ਼ੀਐਂਟਲੀ ਰਨ ਕਰਨ ਲਈ ਉਹਨਾਂ ਨੇ ਆਪਣਾ ਟਰਾਂਸਪੋਰਟੇਸ਼ਨ ਜਿਹੜਾ ਕੈਮੀਕਲ ਪਹੁੰਚਾਉਣਾ ਕਿਤੇ ਨਾ ਕਿਤੇ, ਉਹ ਜਿਹੜੀ ਟਰਾਂਸਪੋਰਟ ਸਾਡੀ ਕੰਮ ਕਰਦੀ ਹੈ ਉਹਨੂੰ ਵੀ ਕਿਤੇ ਨਾ ਕਿਤੇ ਜਿਹੜਾ ਹੈ ਇਹ ਮਾਰ ਝੱਲਣੀ ਪੈਂਦੀ। ਬਿਲਕੁਲ, ਸਾਡੀ ਟਰਾਂਸਪੋਰਟ ਕੋਲ ਰਾਣਾ ਜੀ ਬਹੁਤ ਵੱਡੀ ਗੱਲ ਹੈ ਕਿ ਸਾਡੀ ਟਰਾਂਸਪੋਰਟ S ਮਾਡਲ ਦੀਆਂ ਗੱਡੀਆਂ, ਜੇ ਅਸੀਂ ਯੂਨੀਅਨਸ ਦੀ ਗੱਲ ਕਰੀਏ, ਅੱਜ ਜਿਹੜੀਆਂ ਗੱਡੀਆਂ ਆ ਰਹੀਆਂ ਨੇ ਉਹ 28 ਟੈਰੀ, ਜਿਹਦੇ ਵਿੱਚ 10-10 ਗੱਡੀਆਂ ਦਾ ਮਾਲ ਆ ਜਾਂਦਾ, ਤਾਂ ਉਹ ਕਿਉਂ ਸਾਡੀ ਯੂਨੀਅਨ ਨੂੰ ਕੰਮ ਦੇਗੀ? ਉਹਦੇ ਘੱਟ ਚੱਕਰਾਂ ਦੇ ਵਿੱਚ ਉਹ ਕੰਮ ਕਰਨਗੇ ਜਿਹੜੇ ਉਹ ਪ੍ਰਾਈਵੇਟ ਸੈਕਟਰ ਵਾਲਾ ਬੰਦਾ ਉਹ ਜਿਹੜਾ ਵੱਡਾ ਇਨਵੈਸਟਰ ਹੈ ਉਹਨੇ ਉਹ ਗੱਡੀਆਂ ਪਾ ਲੈਣੀਆਂ, ਬਿਲਕੁਲ ਉਹਨਾਂ ਨੂੰ ਵੀ ਉੱਥੋਂ ਵਾਇਬਲ ਹੈ ਕਿ ਉਹ ਨਾ ਵੱਡੀਆਂ ਗੱਡੀਆਂ ਨੂੰ ਮਾਲ ਦੇਣ। ਜਿਹੜਾ ਛੋਟਾ ਟਰਾਂਸਪੋਰਟਰ ਆ ਉਹਨਾਂ ਖਤਮ ਹੋ ਜਾਣਾ। ਪਰ ਉਹ ਜਿਹੜੀ ਤੁਸੀਂ ਪਹਿਲਾਂ ਗੱਲ ਕਰਦੇ ਸੀ, ਇਹ ਗੱਲ ਠੀਕ ਹੈ ਕਿ ਸਰਕਾਰ ਨੂੰ ਬਜਾਏ ਇਹਨਾਂ ਨੂੰ ਖਤਮ ਕਰਨ ਦੇ, ਇਹਨਾਂ ਨੂੰ ਐਫੀਸ਼ੀਐਂਟਲੀ ਰਨ ਕਰਨ ਲਈ ਇਹਨਾਂ ਦੇ ਮਾਡਲ 'ਚ ਸੁਧਾਰ ਕਰਨਾ ਚਾਹੀਦਾ। ਬਿਲਕੁਲ, ਉਹ ਜਿਹੜੇ ਅਫਸਰ ਬੈਠੇ ਹੋਏ ਆ, ਜਿਹੜੇ ਵੱਡੀਆਂ ਤਨਖਾਹਾਂ ਲੈਂਦੇ ਆ, ਜਿਨ੍ਹਾਂ ਦਾ ਇਸ ਕਾਰੋਬਾਰ ਨਾਲ ਕੋਈ ਮਤਲਬ ਨਹੀਂ ਹੈ, ਉਹ ਸਿਰਫ ਆਪਣਾ ਟੈਨਿਓਰ ਪੂਰਾ ਕਰਕੇ ਚਲੇ ਜਾਂਦੇ ਨੇ, ਉਹਨਾਂ ਨੂੰ ਕਿਤੇ ਹੋਰ ਐਡਜਸਟ ਕਰਕੇ ਇਹਨੂੰ ਐਫੀਸ਼ੀਐਂਟਲੀ ਰਨ ਕਰਨਾ ਚਾਹੀਦਾ, ਤਾਂ ਕਿ ਲੋਕਾਂ ਦਾ ਰੋਜ਼ਗਾਰ ਵੀ ਬਣਿਆ ਰਹੇ, ਟਰਾਂਸਪੋਰਟਰ ਵੀ ਨਾਲ ਜੁੜੇ ਰਹਿਣ। ਸੋ ਇਹ ਤੁਹਾਡੀ ਗੱਲ ਠੀਕ ਹੈ। ਇਹ ਵੀ ਇੱਕ ਬੇਸਿਕ ਸਵਾਲ ਹੈ ਕਿ ਕੀ ਸਰਕਾਰਾਂ ਨੂੰ ਘਾਟੇ 'ਚ ਚੱਲਦੇ ਜਿੰਨੇ ਵੀ ਉਹਨਾਂ ਦੇ ਅਦਾਰੇ ਹੈ ਉਹਨਾਂ ਨੂੰ ਬੰਦ ਕਰ ਦੇਣਾ ਚਾਹੀਦਾ, ਜਾਂ ਉਹਨਾਂ 'ਚ ਕੰਪੀਟੀਸ਼ਨ ਇਨਫਿਊਜ਼ ਕਰਨ ਲਈ ਉਹਨਾਂ ਦੇ ਮਾਡਲ 'ਚ ਸੁਧਾਰ ਕਰਨਾ ਚਾਹੀਦਾ। ਬਿਲਕੁਲ ਸਹੀ ਗੱਲ ਹੈ। ਦੂਸਰੀ ਗੱਲ ਇੱਕ ਹੋਰ ਆ ਜਾਂਦੀ ਹੈ, ਮਾਹੌਲ ਖਰਾਬ ਹੁੰਦਾ ਹੈ, ਸਥਾਨਕ ਮਾਹੌਲ। ਜੇ ਮੈਂ 4-5 ਦਿਨ ਦੀ ਗੱਲ ਹੈ, ਅਸੀਂ ਪ੍ਰੋਗਰਾਮ ਦੇ ਵਿੱਚ ਵੀ ਤਾਂ ਹੀ ਲਿਆ ਟੌਪਿਕ ਵੀ 4-5 ਦਿਨ ਦੀ ਪਹਿਲਾਂ ਦੀ ਗੱਲ ਹੈ ਵੀ ਉੱਥੇ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਇੱਕ ਮੁਜ਼ਾਹਰਾ ਕੀਤਾ। ਉਸ ਮੁਜ਼ਾਹਰੇ ਦੇ ਵਿੱਚ ਜਿਹੜੇ ਅੱਜ ਰਿਸਪੈਕਟਿਵ ਪੋਸਟ ਤੇ ਹੈਗੇ ਆ ਰਾਣਾ KP ਸਿੰਘ ਜੀ ਔਰ ਜੋ ਸਪੀਕਰ ਨੇ, ਉਹਨਾਂ ਵਿਰੁੱਧ ਬੜੀ ਭੱਦੀ ਸ਼ਬਦਾਵਲੀ ਜਿਹੜੀ ਆ ਉੱਥੇ ਪ੍ਰਯੋਗ ਕੀਤੀ ਗਈ। ਉਸ ਤੋਂ ਇਲਾਵਾ ਜਦੋਂ ਪਹਿਲੇ ਮਿੱਤਲ ਸਾਹਿਬ ਸੀਗੇ
ਤਾਂ ਇਹ ਕਾਂਗਰਸ ਵਾਲੇ ਉਹਨਾਂ ਵਿਰੁੱਧ ਬੜੀ ਭੱਦੀ ਸ਼ਬਦਾਵਲੀ ਵਰਤਦੇ ਸੀ। ਮਤਲਬ ਹੈ ਵੀ ਇਲਾਕੇ ਦਾ ਮਾਹੌਲ ਜਿਹੜਾ ਹੈ ਉਹ ਖਰਾਬ ਹੋ ਰਿਹਾ ਸੀਗਾ। ਉਹ ਹਾਲਾਂਕਿ ਧਰਨੇ ਦੇਣੇ, ਐਜੀਟੇਸ਼ਨ ਕਰਨੇ, ਰੈਲੀਆਂ ਕਰਨੀਆਂ ਸੁਪਰੀਮ ਕੋਰਟ ਦੇ ਮੁਤਾਬਕ ਹੀ ਹੱਕ ਹੈਗਾ ਹੈ, ਲੇਕਿਨ ਉਹਨਾਂ ਹੱਕਾਂ ਦੀ ਨਜਾਇਜ਼ ਵਰਤੋਂ ਕੀਤੀ ਜਾ ਰਹੀ ਹੈ। ਔਰ ਫਿਰ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਵੀ ਅਗਰ ਇਸ ਤਰ੍ਹਾਂ ਦੇ ਧਰਨੇ ਦੇਣੇ ਵੀ ਹੈ ਤਾਂ ਭਾਰਤੀ ਜਨਤਾ ਪਾਰਟੀ ਅੱਜ ਦੀ ਤਾਰੀਖ 'ਚ ਜਿਹੜੀ ਦੇ ਰਹੀ ਹੈ, ਉਹ ਪਹਿਲਾਂ ਇਹ ਸੋਚੇ ਵੀ ਉਹਨਾਂ ਦੇ ਪ੍ਰਧਾਨ ਮੰਤਰੀ ਕੀ ਕਰ ਰਹੇ ਨੇ। ਅੱਜ ਰੇਲਵੇ ਤੱਕ ਨੂੰ ਉਹਨਾਂ ਨੇ ਉਹੀ ਤਾਂ ਅਸੀਂ ਗੱਲ ਪਹਿਲਾਂ ਡਿਸਕਸ ਕਰਕੇ ਹਟੇ ਨਾ ਹਾਂ ਕਿ ਹਰ ਗਵਰਨਮੈਂਟ ਦਾ ਹੁਣ ਇਹ ਕੰਮ ਹੈ ਕਿ ਉਹ ਹਰ ਸੈਕਟਰ 'ਚੋਂ ਬਾਹਰ ਨਿਕਲਣਾ ਚਾਹੀਦਾ। ਖੇਤੀਬਾੜੀ ਦੀ ਅਸੀਂ ਗੱਲ ਕਰਦੇ ਹਾਂ, ਬਿਲਕੁਲ ਖੇਤੀਬਾੜੀ ਸੈਕਟਰ ਦਾ ਵੀ ਤਾਂ ਇਹ ਹੈ ਕਿ ਕਿਸਾਨਾਂ ਦਾ ਖਦਸ਼ਾ ਜਿਹੜਾ ਹੋਇਆ ਹੈ ਕਿ ਸਰਕਾਰ ਹੌਲੀ ਹੌਲੀ MSP ਚੋਂ ਜਿਹੜੀ ਖਰੀਦ ਹੈ ਉਹਦੇ ਚੋਂ ਬਾਹਰ ਨਿਕਲ ਜਾਏਗੀ। FCI ਅਦਾਰਾ ਜਿਹੜੀ ਖਰੀਦ ਕਰਦਾ ਉਹ ਹੌਲੀ ਹੌਲੀ ਜਿਹੜਾ ਹੈ ਉਹਨੂੰ ਨਕਾਰਾ ਕਰ ਦਿੱਤਾ ਜਾਏਗਾ। ਤੇ ਸਰਕਾਰ ਦੀ ਓਵਰਆਲ ਪਾਲਿਸੀ ਤਾਂ ਇਹ ਹੈ ਕਿ ਸਰਕਾਰ ਨੂੰ ਇਹਨਾਂ ਕੰਮਾਂ ਚੋਂ ਬਾਹਰ ਆ ਜਾਣਾ ਚਾਹੀਦਾ। ਜਿਹੜੀ ਤੁਸੀਂ ਗੱਲ ਕਰਦੇ ਹੋ ਕਿ ਲੋਕਲ ਮਾਹੌਲ ਖਰਾਬ ਹੁੰਦਾ, ਇਹ ਦੇਖੋ ਰਾਜਨੀਤੀ ਹੈ। ਤੇ ਇਹ ਜਿੱਦਾਂ ਤੁਸੀਂ ਕਿਹਾ ਪਹਿਲਾਂ ਉਹ ਇਲਜ਼ਾਮ ਲਾਉਂਦੇ ਹੁੰਦੇ ਸੀ ਕਿ ਤੁਸੀਂ ਵੇਚਤਾ, ਤੁਸੀਂ PNFC ਬੰਦ ਕਰਤੀ। ਬਿਲਕੁਲ ਅੱਜ ਹੁਣ ਇਹ ਇਲਜ਼ਾਮ ਲਾਉਂਦੇ ਕਿ ਤੁਸੀਂ PACL ਵੇਚਤੀ, ਬਿਲਕੁਲ ਤੇ ਤੁਸੀਂ PACL ਬੰਦ ਕਰ ਰਹੇ ਹੋ। ਤੇ ਇਹ ਤਾਂ ਰਾਜਨੀਤੀ ਹੈ, ਇਹ ਇਲਜ਼ਾਮਾਂ ਪ੍ਰਤੀ ਇਲਜ਼ਾਮਾਂ ਦਾ ਦੌਰ ਚੱਲਦਾ ਰਹਿੰਦਾ। ਅਸੀਂ ਰਾਸ਼ਟਰੀ ਪੱਧਰ ਤੇ ਵੀ ਦੇਖਦੇ ਹਾਂ ਕਿ ਜਦੋਂ ਡਾਕਟਰ ਮਨਮੋਹਨ ਸਿੰਘ ਹੁੰਦੇ ਸੀ, ਉਹਨਾਂ ਨੇ ਡਿਸਇਨਵੈਸਟਮੈਂਟ ਸ਼ੁਰੂ ਕੀਤੀ ਤਾਂ ਉਹਦਾ ਬੜਾ ਵਿਰੋਧ ਹੋਇਆ। ਡੰਕਲ ਅੰਕਲ ਗੋ ਬੈਕ, ਡੰਕਲ ਤਜਵੀਜ਼ਾਂ ਵਾਪਸ ਲਓ, ਕੈਟ ਸਮਝੌਤੇ ਰੱਦ ਕਰੋ। ਤੇ ਆਪ ਫਿਰ ਜਦੋਂ ਆਏ ਵਾਜਪੇਈ ਸਰਕਾਰ ਨੇ ਵੀ ਉਹ ਨੀਤੀਆਂ ਜਾਰੀ ਰੱਖੀਆਂ ਤੇ ਉਹਦੇ ਬਾਅਦ ਦੀਆਂ ਸਰਕਾਰਾਂ ਨੇ ਵੀ ਉਹ ਨੀਤੀਆਂ ਉਹੀ ਜਾਰੀ ਰੱਖੀਆਂ। ਬਿਲਕੁਲ ਓਵਰਆਲ ਪੂਰੇ ਵਰਲਡ 'ਚ ਫੈਨੋਮੈਨਾ ਹੈ ਕਿ ਗਵਰਨਮੈਂਟ ਨੂੰ ਇਹਨਾਂ ਸੈਕਟਰਾਂ 'ਚੋਂ ਬਾਹਰ ਆਉਣਾ ਚਾਹੀਦਾ। ਕੀ ਹੋਏਗਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ, ਲੇਕਿਨ ਇੱਕ ਜ਼ਰੂਰ ਹੈ ਕਿ ਸਰਕਾਰ ਨੂੰ ਕਿਸੇ ਵੀ ਚੀਜ਼ ਨੂੰ ਅਗਰ ਨਿੱਜੀ ਹੱਥਾਂ ਵਿੱਚ ਦੇਣਾ ਵੀ ਹੈ ਤਾਂ ਉਸ ਨੂੰ ਕਮ ਸੇ ਕਮ ਇਹ ਸੋਚ ਲੈਣਾ ਚਾਹੀਦਾ ਵੀ ਉਸ ਦੀ ਅੱਜ ਦੀ ਤਾਰੀਖ ਦੇ ਵਿੱਚ ਪ੍ਰੋਪਰ ਵੈਲਿਊ ਕੀ ਹੈ। 500 ਕਰੋੜ ਦੀ ਜਾਇਦਾਦ ਨੂੰ, 500 ਕਰੋੜ ਦੀ ਫੈਕਟਰੀ ਨੂੰ ਸਿਰਫ 45 ਕਰੋੜ ਰੁਪਏ ਦੇ ਵਿੱਚ ਦਾਵੜਾ ਸਾਹਿਬ ਇਹਦੇ 'ਚ ਪਤਾ ਕੀ ਹੈ, ਕਿਤੇ ਨਾ ਕਿਤੇ ਤਾਂ ਸਵਾਲੀਆ ਨਿਸ਼ਾਨ ਇਹ ਜਿਹੜਾ ਕਿਸੇ ਅਦਾਰੇ ਨੂੰ ਦੇਣ ਦਾ ਪ੍ਰਾਈਵੇਟ ਹੱਥਾਂ 'ਚ ਕੰਮ ਹੈ ਜਾਂ ਉਹਨੂੰ ਵੇਚਣ ਦਾ ਅਸੀਂ ਕੰਮ ਕਹਿੰਦੇ ਹਾਂ, ਇਹ ਟਰਾਂਸਪੇਰੈਂਟ ਹੋਣਾ ਚਾਹੀਦਾ। ਬਿਲਕੁਲ ਇਹ 'ਚ ਪਾਰਦਰਸ਼ਤਾ ਹੋਣਾ ਚਾਹੀਦਾ। ਲੋਕਾਂ ਨੂੰ ਪਤਾ ਹੋਣਾ ਚਾਹੀਦਾ ਕਿ ਕਿਹਨੇ ਖਰੀਦਿਆ, ਕਿਸ ਰੇਟ ਤੇ ਖਰੀਦਿਆ, ਉਹਦਾ ਜਿਹੜਾ ਅਸੈਸਮੈਂਟ ਕਿੱਦਾਂ ਕੀਤੀ ਗਈ, ਉਹਦਾ ਮੁੱਲ ਜਿਹੜਾ ਤੁਸੀਂ ਕਿੱਦਾਂ ਪਾਇਆ, ਤੇ ਇੱਕ ਖਾਸ ਬੰਦੇ ਜਾਂ ਦੂਜੇ ਖਾਸ ਬੰਦੇ ਨੂੰ ਹੀ ਉਹ ਕਿਉਂ ਦਿੱਤਾ ਗਿਆ। ਇਹ ਲੋਕਾਂ ਦੇ ਸਾਹਮਣੇ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ। ਇਹ ਗੁੱਪ-ਚੁੱਪ ਤਰੀਕੇ ਨਾਲ ਨਹੀਂ ਹੋਣਾ ਚਾਹੀਦਾ ਕਿ ਲੋਕਾਂ ਨੂੰ ਪਤਾ ਨਾ ਲੱਗੇ। ਸਿਰਫ ਤੁਸੀਂ ਅਖਬਾਰਾਂ 'ਚ 2-4 ਖਬਰਾਂ ਨਾਲ ਇੱਕ ਦੂਜੇ ਪ੍ਰਤੀ ਇਲਜ਼ਾਮਾਂ ਦੀ ਬਜਾਏ ਪਾਰਦਰਸ਼ਤਾ ਹੋਣੀ ਚਾਹੀਦੀ, ਦੱਸਣਾ ਚਾਹੀਦਾ। ਤੇ ਜਿਹੜੀ ਮੈਨੇਜਮੈਂਟ ਹੈ ਉਹਨੂੰ ਵੀ ਦੱਸਣਾ ਚਾਹੀਦਾ ਕਿ ਜਾਂ ਸਰਕਾਰ ਨੂੰ ਵੀ ਦੱਸਣਾ ਚਾਹੀਦਾ ਕਿ ਆਹ ਅਸੀਂ ਜਿਹੜੀ ਹੈ ਪ੍ਰੋਸੈਸ ਅਡਾਪਟ ਕੀਤਾ, ਇਸ ਪ੍ਰੋਸੈਸ ਦੇ ਤਹਿਤ ਅਸੀਂ ਆਹ ਬੰਦਿਆਂ ਨੂੰ ਇੱਦਾਂ ਇਸ ਚੀਜ਼ ਨੂੰ ਬਿਲਕੁਲ। ਸੋ ਰਾਣਾ ਜੀ ਹੁਣ ਲੈਂਦੇ ਹਾਂ ਅਗਲੀ ਖਬਰ ਕਿਸਾਨਾਂ ਨਾਲ ਜੁੜੀ ਹੋਈ, ਕਿਉਂਕਿ ਕਿਸਾਨ ਦੇ ਨਾਲ ਹੀ ਇਹ ਫੈਕਟਰੀ ਵੀ PSL ਕਿਸਾਨ ਦੇ ਨਾਲ ਹੀ ਜੁੜੀ ਹੋਈ ਸੀ। ਤੇ ਦੂਸਰੀ ਵੀ ਜਿਹੜੀ ਅਸੀਂ ਲੈ ਰਹੇ ਹਾਂ ਮੁੱਦਾ ਕਿਸਾਨਾਂ ਨਾਲ ਹੈ। ਬੜੀ ਹੁਣ ਤਾਂ ਇਹ ਵੀ ਕਿਹਾ ਜਾ ਰਿਹਾ ਵੀ 24 ਦਿਨ ਤੋਂ ਲਗਾਤਾਰ ਜਿਹੜੇ ਕਿਸਾਨ ਨੇ ਉਹ ਅਲੱਗ-ਅਲੱਗ ਦਿੱਲੀ ਦੀਆਂ ਸੀਮਾਵਾਂ ਦੇ ਉੱਤੇ ਡਟੇ ਹੋਏ ਨੇ। ਤੇ ਕੱਲ੍ਹ ਪ੍ਰਧਾਨ ਮੰਤਰੀ ਜੀ ਨੇ ਮੱਧ ਪ੍ਰਦੇਸ਼ ਦੇ ਵਿੱਚ ਇੱਕ ਰੈਲੀ ਦੇ ਵਿੱਚ ਵੀ ਇਹ ਬਿਆਨ ਦੇ ਦਿੱਤਾ ਹੈ ਕਿ ਅਸੀਂ ਕਿਸਾਨਾਂ ਦੇ ਫਾਇਦੇ ਲਈ ਹੀ ਇਹ ਸਾਰੇ ਬਿੱਲ ਲੈ ਕੇ ਆਏ ਹਾਂ, ਤੇ ਜਿਹੜੇ ਸਿਆਸੀ ਜਾਂ ਦੂਸਰੇ ਸਿਆਸਤਦਾਨ ਨੇ ਵਿਰੋਧੀ ਧਿਰ ਦੇ, ਉਹ ਇਸ ਨੂੰ ਮੁੱਦਾ ਨਾ ਬਣਾਉਣ ਤੇ ਉਹ ਜਿਹੜੇ ਨੇ ਇਹ ਗੁੰਮਰਾਹ ਕਰ ਰਹੇ ਨੇ ਕਿਸਾਨਾਂ ਨੂੰ। ਸਭ ਤੋਂ ਪਹਿਲਾਂ ਮੈਂ ਪ੍ਰਧਾਨ ਮੰਤਰੀ ਜੀ ਦੀ ਸਪੀਚ ਬਾਰੇ ਤੁਹਾਡੇ ਕੋਲੋਂ ਪੁੱਛਣਾ। ਨਹੀਂ, ਉਹ ਤਾਂ ਬੜੀ ਦੇਰ ਤੋਂ ਕਹਿ ਰਹੇ ਨੇ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾਵੜਾ ਜੀ ਤੁਹਾਨੂੰ ਪਤਾ ਚੀਫ ਕਮਿਊਨੀਕੇਟਰ ਨੇ ਜੀ ਭਾਰਤੀ ਜਨਤਾ ਪਾਰਟੀ। ਬਿਲਕੁਲ। ਤੇ ਦੇਸ਼ 'ਚ ਵੀ ਇਸ ਵੇਲੇ ਜੇ ਕਮਿਊਨੀਕੇਸ਼ਨ, ਮਾਸ ਕਮਿਊਨੀਕੇਸ਼ਨ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਉਹਨਾਂ ਤੋਂ ਵੱਡਾ ਕਮਿਊਨੀਕੇਟਰ ਕੋਈ ਨਹੀਂ ਹੈ। ਵਾਇਸ ਪਾਵਰ ਸਭ ਤੋਂ ਜ਼ਿਆਦਾ ਉਹਨਾਂ ਕੋਲ ਹੈ। ਸਭ ਤੋਂ ਵੱਧ ਉਹਨਾਂ ਕੋਲ ਹੈ। ਤੇ ਜੇ ਭਾਰਤੀ ਜਨਤਾ ਪਾਰਟੀ ਨੇ 2-3 ਇਲੈਕਸ਼ਨਾਂ 'ਚ ਐਡੀ ਵੱਡੀਆਂ ਪ੍ਰਾਪਤੀ ਕੀਤੀਆਂ, ਉਹਨਾਂ ਦਾ ਧੁਰਾ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਹਨਾਂ ਦੀ ਤਾਕਤ ਜਿਹੜੀ ਹੈ ਉਹਨਾਂ ਦੀ ਕਮਿਊਨੀਕੇਸ਼ਨ ਤਾਕਤ ਸੀ। ਤੇ ਹੁਣ ਜੇ ਪ੍ਰਧਾਨ ਮੰਤਰੀ ਨੇ ਖੁਦ ਮੋਰਚਾ ਸੰਭਾਲਿਆ ਹੈ ਤਾਂ ਇਹਦਾ ਮਤਲਬ ਹੈ BJP ਕਿਤੇ ਨਾ ਕਿਤੇ ਸੀਰੀਅਸਲੀ ਇਹ ਸੋਚ ਰਹੀ ਹੈ ਕਿ ਸਾਨੂੰ ਜਿਹੜਾ ਹੈ ਹੁਣ ਪਿੱਛੇ ਨਹੀਂ ਰਹਿਣਾ ਚਾਹੀਦਾ। ਸਾਨੂੰ ਆਪਣੇ ਜਿਹੜੇ ਹੈ ਸਾਰੇ ਫਰੰਟ ਖੋਲ੍ਹ ਦੇਣੇ ਚਾਹੀਦੇ। ਜਿੰਨੀ ਵੀ ਸਾਡੇ ਕੋਲ ਤਾਕਤ ਹੈ ਉਹ ਲਾ ਕੇ ਸਾਨੂੰ ਜਿਹੜਾ ਉਹਨਾਂ ਨੂੰ ਇਹ ਲੱਗਦਾ ਹੈ ਕਿ ਆਧਾਰ ਸਾਡਾ ਕਿਸਾਨੀ 'ਚ ਖੁਰਦਾ ਜਾ ਰਿਹਾ ਹੈ, ਉਹਦੇ ਸੰਭਾਲਣ ਲਈ ਪ੍ਰਧਾਨ ਮੰਤਰੀ ਖੁਦ ਅੱਗੇ ਆਏ। ਪਹਿਲਾਂ ਤਾਂ ਅਸੀਂ ਦੇਖਿਆ ਨਰਿੰਦਰ ਤੋਮਰ ਜੀ ਜਾਂ ਰਾਜਨਾਥ ਸਿੰਘ ਜੀ ਹੋਰੀ ਜਾਂ ਨਿਤਿਨ ਗਡਕਰੀ ਹੋਰੀ ਮੋਰਚਾ ਸੰਭਾਲਿਆ ਹੋਇਆ ਸੀ। ਹੁਣ ਪ੍ਰਧਾਨ ਮੰਤਰੀ ਖੁਦ ਜਿਹੜੇ ਹੈ ਉਹ ਸਾਹਮਣੇ ਆਇਆ। ਕੱਲ੍ਹ ਉਹਨਾਂ ਨੇ ਜਿਹੜਾ ਹੈ ਕਿਸਾਨ ਸੰਮੇਲਨ ਨੂੰ ਵਰਚੁਅਲੀ ਸੰਬੋਧਨ ਕੀਤਾ। ਗੱਲਾਂ ਤਾਂ ਉਹਨਾਂ ਨੇ ਉਹੀ ਕੀਤੀਆਂ ਜਿਹੜੀਆਂ BJP ਪਹਿਲਾਂ ਹੀ ਕਰਦੀ ਆ ਰਹੀ ਹੈ। ਚਾਹੇ ਤੁਸੀਂ ਅਖਬਾਰਾਂ ਦੇ ਜ਼ਰੀਏ ਦੇਖ ਲਿਓ, ਟੈਲੀਵਿਜ਼ਨ ਚੈਨਲਾਂ 'ਚ ਉਹਨਾਂ ਦੇ ਇੰਟਰਵਿਊਜ਼ ਜਾਂ ਪ੍ਰੈਸ ਕਾਨਫਰੰਸ ਦੇਖ ਲਓ ਕਿ ਇਹ ਸੁਧਾਰ ਬੜੇ ਚਿਰ ਦੇ ਪੈਂਡਿੰਗ ਸੀ। ਇਹਨਾਂ ਸੁਧਾਰਾਂ ਨੂੰ ਹਰ ਪਾਰਟੀ ਕਰਨਾ ਚਾਹੁੰਦੀ ਸੀ। ਪੰਜਾਬ ਦਾ ਖਾਸ ਕਰਕੇ ਜ਼ਿਕਰ ਇਸ ਕਰਕੇ ਕਰਦੇ ਹੈ ਕਿ 2017 ਦੀਆਂ ਅਸੈਂਬਲੀ ਚੋਣਾਂ ਦੇ ਵੇਲੇ ਜਿਹੜਾ ਕਾਂਗਰਸ ਪਾਰਟੀ ਨੇ ਆਪਣਾ ਮੈਨੀਫੈਸਟੋ ਬਣਾਇਆ ਸੀ, ਕਾਂਗਰਸ ਨੇ ਆਪਣੀ ਮੈਨੀਫੈਸਟੋ 'ਚ ਵੀ ਇਹ ਕਿਹਾ ਸੀ ਕਿ ਅਸੀਂ
ਇਹਨਾਂ 'ਚ ਕੁਝ ਸੁਧਾਰ ਨੂੰ ਕਹਿੰਦੇ ਆ ਕਿ APMC ਖਾਸ ਕਰਕੇ ਕਿ ਇਹਨਾਂ 'ਚ ਸੁਧਾਰ ਕਰਾਂਗੇ। ਉਹ ਕੈਪਟਨ ਅਮਰਿੰਦਰ ਸਿੰਘ ਦੇ ਉਸ ਟਵਿੱਟਰ ਹੈਂਡਲ ਦਾ ਵੀ ਜ਼ਿਕਰ ਕਰਦੇ ਆ ਜਿਨ੍ਹਾਂ 'ਚ ਉਹਨਾਂ ਨੇ ਟਵੀਟ ਕੀਤਾ ਸੀ ਜਦੋਂ 2016 'ਚ ਜਦੋਂ ਅਕਾਲੀ ਦਲ ਆ ਗਏ ਸੀ 2012 'ਚ ਕਿ ਜੇ ਅਕਾਲੀ ਦਲ ਉਹਨਾਂ ਦਾ ਰਿਲਾਇੰਸ ਨਾਲ ਕੀਤਾ ਸਮਝੌਤਾ ਨਾ ਕਰਦੇ ਤਾਂ 1.5 ਲੱਖ ਦੇ ਕਰੀਬ ਕਿਸਾਨਾਂ ਨੂੰ ਉਹਨਾਂ ਦੀ ਆਮਦਨ ਨੂੰ ਜਿਹੜਾ ਹੈ ਉਹ ਫਰਕ ਪੈਣਾ ਸੀ। ਸੋ ਉਹ ਪ੍ਰਧਾਨ ਮੰਤਰੀ ਨੇ ਇਹ ਗੱਲ ਵੀ ਕਹੀ ਕਿ ਹਰੇਕ ਪਾਰਟੀ ਨੂੰ ਲਾਗੂ ਕਰਨਾ ਚਾਹੁੰਦੀ ਸੀ, ਅਸੀਂ ਕਰਕੇ ਦੱਸ ਦਿੱਤੀ, ਕ੍ਰੈਡਿਟ ਭਾਵੇਂ ਤੁਸੀਂ ਲੈ ਲਓ ਪਰ ਇਹਨੂੰ ਹੋਣ ਦਿਓ। ਇਹ ਵੀ ਉਹਨਾਂ ਨੇ ਜ਼ਿਕਰ ਕੀਤਾ ਕਿ MSP ਦਾ ਅਸੀਂ ਕਿੱਦਾਂ ਪਿਛਲੀ ਸਰਕਾਰ ਦੇ ਮੁਕਾਬਲੇ 'ਚ ਕਿੰਨਾ ਵਧਾ ਦਿੱਤਾ। ਉਹ ਪਿਛਲੀਆਂ ਸਰਕਾਰਾਂ ਵੀ ਕਹਿੰਦੀਆਂ ਰਹੀਆਂ ਕਿ ਅਸੀਂ ਪਿਛਲੀ ਸਰਕਾਰ ਦੇ ਮੁਕਾਬਲੇ 'ਚ ਕਿੰਨਾ ਵਧਾਤਾ, ਉਹ ਕੰਟੀਨਿਊ ਪ੍ਰੋਸੈਸ ਹੈ, ਉਹ ਵੱਧਦਾ ਰਹਿੰਦਾ ਹੈ, ਪਰ ਉਹਨਾਂ ਨੇ ਆਪਣਾ ਜ਼ਿਕਰ ਕੀਤਾ। ਪਰ ਹੁਣ ਜੇ ਪ੍ਰਧਾਨ ਮੰਤਰੀ ਨੇ ਮੋਰਚਾ ਸੰਭਾਲਿਆ ਹੈ ਤਾਂ ਮੈਨੂੰ ਲੱਗਦਾ ਕਿ ਉਹਨਾਂ ਦਾ ਸਟੈਂਡ ਜਿਹੜਾ ਉਹੀ ਰਹੇਗਾ ਕਿ ਅਸੀਂ ਬਿੱਲ ਜਿਹੜੇ ਹੈ ਵਾਪਸ ਨਹੀਂ ਲੈਣੇ, ਭਾਵੇਂ ਕਿ ਕੁਝ ਸੋਧਾਂ ਨੂੰ ਉਹ ਮੰਨਦੇ ਆ। ਪਰ ਅਖੀਰ 'ਚ ਜਿਹੜੀ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਮੈਂ ਉਹਦਾ ਜ਼ਿਕਰ ਜ਼ਰੂਰ, ਉਹਨਾਂ ਨੇ ਕਿਹਾ ਮੈਂ ਹੱਥ ਜੋੜ ਕੇ ਸਿਰ ਝੁਕਾ ਕੇ ਕਿਸਾਨਾਂ ਨੂੰ ਬੇਨਤੀ ਕਰਦਾ ਕਿ ਅਸੀਂ ਤੁਹਾਡੇ ਨਾਲ ਗੱਲਬਾਤ ਕਰਨ ਲਈ ਤਿਆਰ ਹੈ, ਅਸੀਂ ਜੇ ਤੁਹਾਡੇ ਸ਼ੰਕੇ ਆ ਉਹ ਨਿਵਾਰਨ ਕਰਨ ਲਈ ਤਿਆਰ ਹੈ। ਇਹ ਦੂਜੇ ਪਾਸੇ ਤੁਸੀਂ ਸਭ ਤੋਂ ਪਹਿਲਾਂ ਕਿ ਪ੍ਰਧਾਨ ਮੰਤਰੀ ਵੌਇਸ ਪਾਵਰ 'ਚ ਮਜ਼ਬੂਤ ਨੇ, ਇਹ ਵੀ ਤਾਂ ਗੱਲਾਂ ਦਾ ਕੜਾਹ ਮੰਨਿਆ ਜਾ ਸਕਦਾ ਫਿਰ ਵੀ ਆ ਜਾਓ ਤੇ ਅਸੀਂ ਗੱਲਾਂ ਕਰਨ। ਤੇ ਦੇਖੋ ਇੱਕ ਮਿੰਟ ਲਈ ਇੰਨੀ ਦੇਰ ਹੋ ਗਈ, 2 ਮਹੀਨੇ ਤੋਂ 2.5 ਮਹੀਨੇ ਤੋਂ ਪਹਿਲੇ ਪੰਜਾਬ ਦੇ ਵਿੱਚ ਧਰਨੇ ਜਾਂ ਆਲੇ ਦੁਆਲੇ ਧਰਨੇ ਦਿੱਤੇ ਗਏ। ਹੁਣ 24 ਦਿਨ ਤੋਂ ਜਿਹੜੇ ਹੈ ਉਹ ਕਿਸਾਨ ਦਿੱਲੀ ਦੇ ਬਾਰਡਰਾਂ ਦੇ ਉੱਤੇ ਧਰਨੇ ਦੇ ਰਹੇ। ਅੱਜ ਯਾਦ ਆਈ ਵੀ ਆ ਜੋ ਮੈਂ ਸਿਰ ਝੁਕਾ ਕੇ ਖੜਿਆ। 8 ਵਾਰ ਤੁਸੀਂ ਮੀਟਿੰਗਾਂ ਜਿਹੜੀਆਂ ਕਿਸਾਨਾਂ ਦੇ ਨਾਲ ਅਲੱਗ-ਅਲੱਗ ਕਰ ਲਈਆਂ, ਤੁਹਾਡੇ ਅਲੱਗ-ਅਲੱਗ ਮੰਤਰੀਆਂ ਨੇ ਕਰ ਲਈਆਂ, ਉਹਦੇ ਵਿੱਚ ਇੱਕੋ ਹੀ ਤੁਸੀਂ ਲੈ ਕੇ ਬਹਿ ਜਾਂਦੇ ਹੋ ਹਰ ਵਾਰ ਵੀ ਮਤਲਬ ਅਸੀਂ ਤੁਹਾਡੀ ਆਮ ਡਿਮਾਂਡ ਮੰਨ ਲਈ। ਦੇਖੋ ਪ੍ਰਧਾਨ ਇਹ ਤਾਂ ਤੁਹਾਨੂੰ ਮੰਨਣਾ ਪਏਗਾ ਤੁਹਾਨੂੰ ਆਪਣੇ ਰਾਣਾ ਜੀ ਵੀ ਮੋਦੀ ਸਾਹਿਬ ਤੇ ਬਹੁਤ ਘੱਟ ਲੋਕ ਨੇ, ਕਿਸਾਨ ਖਾਸ ਕਰਕੇ ਕੋਈ ਕਿਸਾਨ ਉਹਨਾਂ ਦੀਆਂ ਗੱਲਾਂ ਤੇ ਯਕੀਨ ਨਹੀਂ ਕਰਦਾ ਕਿਉਂਕਿ ਉਹਨਾਂ ਨੇ ਅੱਜ ਤੱਕ ਜਿੰਨੇ ਵੀ ਵਾਅਦੇ ਕੀਤੇ ਨੇ ਉਹ ਜੁਮਲੇ ਬਣੇ ਨੇ। ਲੇਕਿਨ ਇੱਥੇ ਵੀ ਕਿਉਂ ਯਕੀਨ ਕਰ, ਉਹ ਕਹਿੰਦੇ ਨੇ ਸਾਨੂੰ ਲਿਖਤ ਦੇ ਵਿੱਚ ਆਸ਼ਵਾਸਨ ਦਿੱਤਾ ਜਾਵੇ ਵੀ ਸਾਡੀ ਮੰਗ ਮੰਨ ਲਈ ਜਾਏਗੀ। ਉਹ ਮੰਗ ਇੱਕੋ ਹੀ ਹੈ ਵੀ ਇਸ ਬਿੱਲਾਂ ਨੂੰ ਰੱਦ ਕਰਨਾ। ਦੇਖੋ ਰੱਦ ਕਰਨ ਨੂੰ ਤਾਂ ਪ੍ਰਧਾਨ ਮੰਤਰੀ ਨੇ ਨਹੀਂ ਕਿਹਾ, ਨਾ ਉਹਨਾਂ ਦੇ ਕੋਈ ਮੰਤਰੀ ਨੇ ਕਿਹਾ ਕਿ ਰੱਦ ਕਰਨੇ ਆ, ਪਰ ਮੈਂ ਇਹ ਕਹਿੰਦਾ ਕਿ ਸਰਕਾਰ ਨੇ ਆਪਣਾ ਸਟੈਂਡ ਡਾਇਲਿਊਟ ਕੀਤਾ ਸੀ ਪਿਛਲੀ ਵਾਰ ਜਦੋਂ ਉਹਨਾਂ ਨੇ ਕਿਹਾ ਸੀ ਕਿਸਾਨਾਂ ਨੂੰ ਕਿ ਤੁਸੀਂ ਆਪਣਾ ਲਿਖਤੀ ਦਿਓ ਸਾਨੂੰ ਤੁਹਾਡੇ ਕੀ ਸ਼ੰਕੇ ਨੇ, ਤੇ ਸਰਕਾਰ ਨੇ ਲਿਖਤੀ ਦਿੱਤਾ ਸੀ ਅਸੀਂ ਤੁਹਾਡੇ ਆਹ ਸ਼ੰਕਿਆਂ ਬਾਰੇ ਆਹ ਨਿਵਾਰਨ ਕਰਨ ਲਈ ਤਿਆਰ ਹੈ, ਅਸੀਂ MSP ਦੇ ਸੰਬੰਧ 'ਚ ਤੁਹਾਨੂੰ ਲਿਖਤੀ ਦੇਣ ਲਈ ਤਿਆਰ ਹਾਂ ਕਿ ਮੁੱਕੇਗਾ ਨਹੀਂ, ਅਸੀਂ APMC ਦੇ ਸੰਬੰਧ 'ਚ ਤੁਹਾਨੂੰ ਕਹਿਣ ਨੂੰ ਤਿਆਰ ਹਾਂ ਕਿ ਅਸੀਂ ਇਹਨਾਂ ਨੂੰ ਖਤਮ ਨਹੀਂ ਕਰਾਂਗੇ। ਸੋ ਪ੍ਰਧਾਨ ਮੰਤਰੀ ਨੇ ਆਪਣਾ ਸਟੈਂਡ ਡਾਇਲਿਊਟ ਕੀਤਾ। ਮੈਂ ਕਹਿੰਦਾ ਕਿਸਾਨ ਜਥੇਬੰਦੀਆਂ ਜਿਹੜੇ ਹਾਂ ਜਾਂ ਨਾ ਵਾਲੇ ਸਟੈਂਡ 'ਤੇ ਅੜੀਆਂ ਹੋਈਆਂ ਉਹਨਾਂ ਨੂੰ ਆਪਣਾ ਸਟੈਂਡ ਥੋੜ੍ਹਾ ਡਾਇਲਿਊਟ ਕਰਨਾ ਚਾਹੀਦਾ ਤਾਂ ਕਿ ਇਹ ਡੈਡਲੌਕ ਸਮਾਪਤ ਹੋਣਾ ਚਾਹੀਦਾ। ਕਿਸਾਨ ਜਿਹੜੇ ਉੱਥੇ ਠੰਡ 'ਚ ਬੈਠੇ ਨੇ, ਸਾਰਾ ਦੇਸ਼ ਦੇਖ ਰਿਹਾ ਹੈ, ਸਾਰਾ ਦੇਸ਼ ਚਿੰਤਿਤ ਹੈ, ਇਹ ਜਿਹੜਾ ਹੈ ਉਹ ਮੁੱਕਣਾ ਚਾਹੀਦਾ। ਕਿਤੇ ਨਾ ਕਿਤੇ ਜਿਹੜੀ ਸੁਪਰੀਮ ਕੋਰਟ ਨੇ ਗੱਲ ਕਹੀ ਸੀ ਕਿ ਸਰਕਾਰ ਨੂੰ ਵੀ ਕਹੀ ਸੀ ਕਿ ਤੁਸੀਂ ਦੇਖੋ ਕਿ ਇਹਨਾਂ ਕਾਨੂੰਨਾਂ ਨੂੰ ਕੁਝ ਨਾ ਚਿਰ ਸਮੇਂ ਲਈ ਤੁਸੀਂ ਜਿਹੜਾ ਹੈ ਉਹ ਰੋਕ ਸਕਦੇ, ਇਹਨੂੰ ਲਾਗੂ ਨਾ ਕਰ ਦਿੱਤਾ ਜਾਵੇ, ਇੱਕ ਕਮੇਟੀ ਬਣਾ ਦਿੱਤੀ ਜਾਵੇ ਕਿਸਾਨਾਂ ਦੀ, ਐਕਸਪਰਟਸ ਦੀ, ਗਵਰਨਮੈਂਟ ਦੀ। ਆਪਾਂ ਪਹਿਲਾਂ ਸੁਪਰੀਮ ਕੋਰਟ ਤੋਂ ਪਹਿਲਾਂ ਆਪਾਂ ਵੀ ਆਪਣੇ ਪ੍ਰੋਗਰਾਮ 'ਚ ਡਿਸਕਸ ਕੀਤਾ ਸੀ ਵੀ ਇਹਦਾ ਸੋਲੂਸ਼ਨ ਇਹੀ ਹੈ ਵੀ ਇਹਨਾਂ ਨੂੰ ਹੁਣ ਇੱਕ ਵਾਰ ਰੱਦ ਕਰਤਾ ਜਾਵੇ, ਇਹਨਾਂ ਨੂੰ ਜਾਂ ਪੋਸਟਪੋਨ ਕਰ ਦਿੱਤਾ ਜਾਵੇ, ਇਹਨਾਂ ਨੂੰ ਇੱਕ ਪੈਂਡਿੰਗ ਰੱਖਿਆ ਜਾਵੇ, ਉਸ ਤੋਂ ਬਾਅਦ ਇੱਕ ਕਮੇਟੀ ਸਾਂਝੀ ਬਣਾਈ ਜਾਵੇ ਜਿਹਦੇ ਸਾਰੇ ਸਿਆਸਤਦਾਨ ਹੋਣ ਸਾਰੀਆਂ ਪਾਰਟੀਆਂ ਦੇ, ਔਰ ਉਸ ਤੋਂ ਬਾਅਦ ਇੱਕ ਕਿਸਾਨ ਯੂਨੀਅਨ ਦੇ ਸਾਰੇ ਬੰਦੇ ਹੋਣ। ਉਸ ਤੋਂ ਬਾਅਦ ਜਿਹੜਾ ਵਧੀਆ ਲੋਕ ਨੇ ਜਿਹੜੇ ਕਿਸਾਨੀ ਬਾਰੇ ਜਾਣਦੇ ਨੇ, ਵਾਕਈ ਸੱਚਮੁੱਚ ਨੇ ਫਿਲਾਸਫਰ ਨੇ, ਉਹਨਾਂ ਨੂੰ ਖੇਤੀਬਾੜੀ ਦੇ ਉਹਨਾਂ ਨੂੰ ਲਿਆ ਕੇ ਬਕਾਇਦਾ ਬਣਾਇਆ ਜਾਵੇ। ਕਿਸਾਨ ਤਾਂ ਕਮੇਟੀ ਵੀ ਬਣਾਉਣ ਲਈ ਤਿਆਰ ਨਹੀਂ ਨਾ ਨੇ, ਕਿਸਾਨ ਤਾਂ ਇਹ ਕਹਿੰਦੇ ਨੇ ਕਿ ਸਾਨੂੰ ਕਮੇਟੀ ਨਹੀਂ, ਉਹ ਕਿਉਂ ਨਹੀਂ ਤਿਆਰ? ਸਭ ਤੋਂ ਵੱਡੀ ਗੱਲ ਇਹ ਕਹਿੰਦੇ ਨੇ 8 ਪੇਜਾਂ ਦੀ ਚਿੱਠੀ ਲਿਖੀ ਹੈ ਆਪਣੇ ਨੇ ਤੋਮਰ ਸਾਹਿਬ ਨੇ, ਠੀਕ ਹੈ। ਉਸ ਚਿੱਠੀ ਦੇ ਵਿੱਚ ਵੀ ਉਹਨਾਂ ਨੇ ਇਹੀ ਲਿਖਿਆ ਵੀ ਜਿਹੜੀ APMC ਦੀ ਮੇਨ ਮੰਗ ਸੀ ਜਿਹੜੀ ਸੀਗੀ ਉਹ MSP ਦੀ ਜਿਹੜੀ ਮੇਨ ਮੰਗ ਸੀ ਉਹ ਅਸੀਂ ਮੰਗ ਲਈ। ਅਸੀਂ ਸਵਾਮੀਨਾਥਨ ਕਮਿਸ਼ਨ ਦੇ ਉੱਤੇ ਕਹਿ ਦਿੱਤਾ 1.5 ਗੁਣਾ ਤੁਹਾਡੀ ਕੀਮਤ ਦਾ ਮੁੱਲ ਅਸੀਂ ਦੇ ਦਿੱਤਾ ਵੀ ਸਾਡੇ ਜਿੰਨਾ ਕੋਈ ਮੁੱਲ ਨਹੀਂ ਦੇ ਦਿੱਤਾ। ਔਰ ਇਹਨੂੰ ਮਤਲਬ ਉਹਨਾਂ ਦੀ ਸਿਰਫ ਤੇ ਸਿਰਫ ਡਿਮਾਂਡ ਕੀ ਸੀ ਸਭ ਤੋਂ ਪਹਿਲੀ ਵੀ ਇਹਨੂੰ ਕਾਨੂੰਨ ਬਣਾ ਦਿੱਤਾ ਜਾਵੇ। ਕਾਨੂੰਨ ਬਣਾਉਣ ਤੇ ਅਸੀਂ ਗੌਰ ਕਰਾਂਗੇ ਨਾ ਕਿ ਕਾਨੂੰਨ ਬਣਾਉਣ ਤੇ ਦੇਖੋ। ਔਰ ਸਵਾਮੀਨਾਥਨ ਦੀ ਬਾਰ-ਬਾਰ ਰਾਣਾ ਜੀ ਜ਼ਿਕਰ ਕਰਦੇ ਨੇ ਸਵਾਮੀਨਾਥਨ ਰਿਪੋਰਟ ਦਾ ਬਿਲਕੁਲ ਇਹ ਕਹਿਣਾ ਝੂਠ ਹੈ ਵੀ ਸਵਾਮੀਨਾਥਨ ਦੀ ਰਿਪੋਰਟ ਹੋ ਗਈ, ਕਿਉਂਕਿ ਸਵਾਮੀਨਾਥਨ ਨੇ ਜਿੱਥੇ ਲਾਗਤ ਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਕਿਸਾਨ ਦੀ ਜਿੰਨੀ ਲਾਗਤ ਆਂਦੀ ਆ ਫਸਲ ਤੇ ਪਲੱਸ ਉਹਨੇ ਕਿਹਾ ਸੀ ਵੀ ਜਿੰਨੀ ਜ਼ਮੀਨ ਤੇ ਉਹ ਫਸਲ ਬੀਜੀ ਗਈ ਹੈ ਉਹਦੀ ਕੀਮਤ ਤੇ ਉਹਦਾ ਇੰਟਰਸਟ ਜਿਹੜਾ ਪਾ ਕੇ ਕੀਮਤ ਨੂੰ ਬਣਾਇਆ ਜਾਵੇ ਤਾਂ ਉਹਦਾ 1.5 ਗੁਣਾ ਬਣਾਇਆ ਜਾਵੇ। ਇਹ ਨਹੀਂ ਸੀ ਕਿਹਾ ਵੀ ਫਸਲ ਦੇ ਉੱਤੇ ਤੁਹਾਡਾ ਕਿੰਨਾ ਲੱਗਿਆ ਤਾਂ ਉਹਦਾ 1.5 ਗੁਣਾ ਬਣਾ ਦਿਓ। ਦੇਖੋ ਸਵਾਮੀਨਾਥਨ ਕਮਿਸ਼ਨ ਦੀ ਜਿਹੜੀ ਰਿਪੋਰਟ ਹੈ ਉਹ ਲਾਗਤਾਂ ਜਿਹੜੀਆਂ ਹੈ ਉਹ 2 ਤਰ੍ਹਾਂ ਦੀਆਂ, ਇੱਕ C1 ਇੱਕ C2 ਉਹ ਡਿਕਲੇਅਰ ਕਰਦੇ ਹੈ। C1 ਲਾਗਤ 'ਚ ਬਹੁਤ ਕੁਝ ਹੈ ਤੇ C2 'ਚ ਕੁਝ ਹੋਰ ਚੀਜ਼ ਹੈ ਤੇ ਇਹ ਕਹਿੰਦੇ ਅਸੀਂ C2 ਪਲੱਸ 50% ਦੇ ਦਿੱਤਾ, ਉਹ ਕਹਿੰਦੇ ਸਾਨੂੰ C1 ਪਲੱਸ 50% ਦਿਓ। ਇਹ ਤੁਹਾਡੀ ਗੱਲ ਠੀਕ ਹੈ, ਇਹ ਸਿਰਫ ਲੋਕਾਂ ਨੂੰ ਕਹਿਣ ਲਈ ਹੁੰਦਾ ਕਿ ਸਵਾਮੀਨਾਥਨ ਕਮਿਸ਼ਨ ਨੇ ਅਸੀਂ ਰਿਪੋਰਟ ਲਾਗੂ ਕਰ ਦਿੱਤੀ। MSP ਨੂੰ ਕਾਨੂੰਨੀ ਰੂਪ ਦੇਣ 'ਚ ਸਰਕਾਰ ਨੂੰ ਇਹ ਅੜਚਣ ਜ਼ਰੂਰ ਪੇਸ਼ ਆਉਂਦੀ ਹੈ ਕਿ ਸਰਕਾਰ ਕਹਿੰਦੀ ਜੇ ਕਾਨੂੰਨੀ ਰੂਪ ਅਸੀਂ ਦੇ ਦਿੱਤਾ
ਤਾਂ ਐਡੇ ਵੱਡੇ ਦੇਸ਼ 'ਚ ਐਡੀ ਵੱਡੀ ਫਸਲ ਸਾਨੂੰ ਕਾਨੂੰਨੀ ਤੌਰ ਤੇ ਖਰੀਦਣ ਲਈ ਅਸੀਂ ਪਾਬੰਦ ਹੋ ਜਾਣਾ। ਕੀ ਬਿਲਕੁਲ ਸਰਕਾਰ ਕੋਲ ਇੰਨੇ ਰਿਸੋਰਸਿਸ ਹੈ ਕਿ ਉਹ ਪੂਰੀ ਫਸਲ ਨੂੰ 23 ਦੀਆਂ 23 ਫਸਲਾਂ ਜਿਨ੍ਹਾਂ ਤੇ MSP ਹੁੰਦੀ, ਉਹਨਾਂ ਦੇ ਫਸਲ ਲਈ ਇਨਫਰਾਸਟ੍ਰਕਚਰ ਬਣਾ ਸਕੇ, ਉਹਦੇ ਲਈ ਰਿਸੋਰਸਿਸ ਪੈਦਾ ਕਰ ਸਕੇ ਤੇ ਉਹਨੂੰ ਖਰੀਦ ਕੇ ਭੰਡਾਰਨ ਕਰ ਸਕੇ। ਬਿਲਕੁਲ ਜੇ MSP ਕਾਨੂੰਨੀ ਰੂਪ 'ਚ ਹੋ ਜਾਂਦਾ ਤਾਂ ਤੁਸੀਂ ਵੀ ਅਦਾਲਤ 'ਤੇ ਜਾ ਸਕਦੇ, ਮੈਂ ਵੀ ਅਦਾਲਤ ਜਾ ਸਕਦਾ ਕਿ ਮੇਰੀ ਬਿਲਕੁਲ ਫਸਲ ਖਰੀਦੀ ਨਹੀਂ ਗਈ। ਖਰੀਦੀ ਨਹੀਂ ਗਈ। ਸੋ ਇਹ ਕਿਤੇ ਨਾ ਕਿਤੇ ਦਿੱਕਤ ਹੈ ਕਿ MSP ਨੂੰ ਸਰਕਾਰ ਕਾਨੂੰਨੀ ਰੂਪ ਨਹੀਂ ਦੇ ਸਕਦੀ। ਜੀ ਹੁਣ ਦੂਸਰੇ ਪਾਸੇ APMC ਦੀ ਜਿਹੜੀ ਗੱਲ ਆਉਂਦੀ ਹੈ ਵੀ ਲਓ ਜੀ ਇਹ ਨਹੀਂ ਖਤਮ ਕੀਤੀ ਜਾਏਗੀ, ਇਹ ਐਜ਼ ਇਟ ਇਜ਼ ਰਹੇਗੀ। ਕਿਸ ਤਰ੍ਹਾਂ ਐਜ਼ ਇਟ ਇਜ਼ ਰਹੇਗੀ? ਜਦੋਂ ਤੁਸੀਂ ਇੱਕ ਪ੍ਰਾਈਵੇਟ ਸੈਕਟਰ ਨੂੰ ਦੇ ਮੁਕਾਬਲੇ 'ਚ ਲੈ ਕੇ ਆ ਜਾਓਗੇ, ਫਿਰ ਗੱਲ ਤਾਂ ਉਹੀ ਹੈ, APMC ਤੁਹਾਡੀ 1900 ਰੁਪਏ ਕੀਮਤ ਹੈਗੀ ਆ, 1900 ਤੇ ਖਰੀਦੀ ਹੈ। ਇੱਕ ਤੁਹਾਡੇ ਕੋਲ ਪ੍ਰਾਈਵੇਟ ਸੈਕਟਰ ਆਇਆ, ਉਹ ਬਾਈਪਾਸ ਤੁਹਾਡੇ ਕੋਲੋਂ ਮੰਡੀ ਤੋਂ ਸਿੱਧਾ ਤੁਹਾਡੇ ਕੋਲ ਆ ਗਿਆ, ਵਿੱਚ ਉਹਨੇ APMC ਕੱਢ ਦਿੱਤੀ। ਉਹ ਕਹਿ ਰਿਹਾ ਮੈਂ 2000 ਵਧਾਂਗਾ, ਕਿਸਾਨ ਤਾਂ ਉੱਥੇ ਜਾਏਗਾ ਨਾ। ਉਹੀ ਗੱਲ ਹੋ ਗਈ ਨਾ ਜਿਹੜੀ ਅਸੀਂ ਪਹਿਲਾਂ ਜ਼ਿਕਰ PACL ਦੇ ਮਾਮਲੇ 'ਚ ਕੀਤਾ ਸੀ ਕਿ ਬਜਾਏ ਤੁਸੀਂ ਮੰਡੀਆਂ ਨੂੰ ਕੰਪੀਟੀਟਿਵ ਬਣਾਉਣ ਦੇ ਕਿ ਉਹ ਪ੍ਰਾਈਵੇਟ ਸੈਕਟਰ ਦੇ, ਕਿ ਹੌਲੀ ਹੌਲੀ ਇਹ ਨਾ ਹੋਵੇ ਕਿ ਤੁਸੀਂ ਉਹਨਾਂ ਨੂੰ ਖਤਮ ਹੀ ਕਰ ਦਿਓ। ਇਹ ਕਿਸਾਨਾਂ ਦਾ ਖਦਸ਼ਾ ਜਾਇਜ਼ ਹੈ ਕਿ ਜਦੋਂ ਪ੍ਰਾਈਵੇਟ ਸੈਕਟਰ ਨੂੰ ਤੁਸੀਂ ਉਹਨਾਂ ਨੂੰ ਟੈਕਸ 'ਚ ਵੀ ਛੋਟ ਦਿੱਤੀ ਸੀ ਤੇ ਉਹਨਾਂ ਕੋਲ ਰਿਸੋਰਸ ਪਾਵਰ ਵੀ ਜ਼ਿਆਦਾ ਹੈ, ਪ੍ਰਾਈਵੇਟ ਸੈਕਟਰ ਕੋਲ ਉਹਨਾਂ ਕੋਲ ਐਫੀਸ਼ੀਐਂਸੀ ਵੀ ਜ਼ਿਆਦਾ ਹੈ, ਕਿ ਹੋ ਸਕਦਾ ਉਹ ਹੌਲੀ ਹੌਲੀ APMC 'ਚ ਕੋਈ ਜਾਵੇ ਹੀ ਨਾ ਤੇ APMC ਹੌਲੀ ਹੌਲੀ ਸਰਕਾਰ ਉਹਦੇ 'ਚੋਂ ਬਾਹਰ ਆ ਜਾਵੇ ਤੇ ਫਿਰ ਜਿਹੜਾ ਕਿਸਾਨ ਹੈ ਉਹ ਕਾਰਪੋਰੇਟਸ ਦੇ ਰਹਿਮੋ ਕਰਮ ਤੇ ਹੋ ਜਾਵੇ। ਇਹ ਅਸੀਂ ਜਿਹੜੇ ਪਹਿਲਾਂ ਜ਼ਿਕਰ ਕੀਤਾ ਉਹੀ ਹੈ ਕਿ ਹੈਲਦੀ ਕੰਪੀਟੀਸ਼ਨ ਹੋਣਾ ਚਾਹੀਦਾ ਪ੍ਰਾਈਵੇਟ ਸੈਕਟਰ ਤੇ ਸਰਕਾਰੀ ਕੰਪੀਟੀਸ਼ਨ 'ਚ। ਕਿਤੇ ਇਹ ਨਾ ਹੋਵੇ ਕਿ ਪ੍ਰਾਈਵੇਟ ਸੈਕਟਰ ਤੁਸੀਂ ਵੱਧ ਰਿਆਇਤਾਂ ਦੇ ਦਿਓ ਤੇ ਹੌਲੀ ਹੌਲੀ ਜਿਹੜਾ ਹੈ ਉਹ ਸਰਕਾਰੀ ਸੈਕਟਰ ਖਤਮ ਹੋ ਜਾਵੇ। ਹੁਣ ਮੈਂ ਗੱਲ ਕਰਾਂਗਾ ਸੁਪਰੀਮ ਕੋਰਟ ਦੀ, ਕਿਉਂਕਿ ਪਿਛਲੇ ਹਫਤੇ ਦੇ ਵਿੱਚ ਹੀ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਪਟੀਸ਼ਨ ਪਾਈ ਗਈ ਸੀਗੀ ਉਸ ਦੇ ਉੱਤੇ ਇੱਕ ਫੈਸਲਾ ਨਹੀਂ ਕਿਹਾ ਜਾ ਸਕਦਾ ਵੀ ਆਪਣੇ ਸੁਝਾਅ ਜਿਹੜੇ ਆ ਉਹ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੇ ਬੈਂਚ ਨੇ ਦਿੱਤੇ ਹੈਗੇ ਆ। ਲੇਕਿਨ ਹਾਲ ਦੀ ਘੜੀ ਉਹ ਨਾ ਸੁਝਾਅ ਉੱਧਰ ਰਹੇ ਨਾ ਉੱਧਰ ਰਹੇ। ਦੇਖੋ ਧਰਨੇ ਦਾ ਹੱਕ ਕਿਹਾ, ਧਰਨੇ ਦਾ ਹੱਕ ਸਭ ਨੂੰ ਪਤਾ, ਧਰਨੇ ਦਾ ਹੱਕ ਹਰੇਕ ਨੂੰ ਹੈ। ਦੂਸਰੀ ਗੱਲ ਉਹਨਾਂ ਨੇ ਅਖੀਰ ਦੇ ਵਿੱਚ ਗੱਲ ਇੱਥੇ ਮੁਕਾ ਦਿੱਤੀ ਹੈ, ਜਿਹੜੀ ਨਿਚੋੜ ਹੈਗੀ ਹੈ ਵੀ ਜਦੋਂ ਤੱਕ ਸਾਰੀਆਂ ਜਥੇਬੰਦੀਆਂ ਕਿਸਾਨਾਂ ਦੀਆਂ ਆ ਕੇ ਇੱਥੇ ਗੱਲ ਨਹੀਂ ਕਰਦੀਆਂ, ਉਹਨਾਂ ਦਾ ਅਸੀਂ ਨਹੀਂ ਸੁਣਦੇ ਵਿਚਾਰ ਉਹਨਾਂ ਦੇ ਕੀ ਹੈਗੇ ਆ, ਉਦੋਂ ਤੱਕ ਅਸੀਂ ਇਹਦੇ ਤੇ ਕੋਈ ਡਿਸੀਜਨ ਨਹੀਂ ਦੇ ਸਕਦੇ। ਦੇਖੋ ਸੁਪਰੀਮ ਕੋਰਟ ਨੇ ਜਿਹੜਾ ਹੈ ਉਹ ਬੋਲ ਤੁਹਾਡਾ ਵਿੱਚ ਵਿਚਾਲੇ ਜੀ ਗੱਲ ਰੱਖ ਦਿੱਤੀ। ਬਿਲਕੁਲ ਤੇ ਰੱਖ ਵੀ ਇਸ ਕਰਕੇ ਰਹੀ ਕਿ ਸੁਪਰੀਮ ਕੋਰਟ ਜੇ ਇਸ ਵੇਲੇ ਕੋਈ ਫੈਸਲਾ ਦੇ ਦਿੰਦਾ, ਕਿਉਂਕਿ ਪਬਲਿਕ ਓਪੀਨੀਅਨ ਵੀ ਬਹੁਤ ਮੈਟਰ ਰੱਖਦਾ ਕੋਰਟਾਂ ਦੇ ਮਾਮਲੇ 'ਚ। ਭਾਵੇਂ ਅਸੀਂ ਕਹਿ ਦਈਏ ਕਿ ਉਹ ਮੈਰਿਟ ਦੇ ਆਧਾਰ ਤੇ ਫੈਸਲਾ ਕਰਦੇ ਟੈਕਨੀਕਲੀ, ਪਰ ਇਹੋ ਜਿਹੇ ਮਾਮਲਿਆਂ 'ਚ ਪਬਲਿਕ ਓਪੀਨੀਅਨ ਕਿਤੇ ਨਾ ਕਿਤੇ ਮੈਟਰ ਕਰ ਜਾਂਦਾ। ਜੋ ਇਹ ਕਹਿ ਦਿੰਦੇ ਕਿ ਤੁਹਾਨੂੰ ਪ੍ਰੋਟੈਸਟ ਕਰਨ ਦਾ ਅਧਿਕਾਰ ਹੈ ਪਰ ਤੁਸੀਂ ਸੜਕਾਂ ਨਹੀਂ ਰੋਕ ਸਕਦੇ, ਤਾਂ ਵੀ ਕਿਤੇ ਨਾ ਕਿਤੇ ਕਿਸਾਨਾਂ 'ਚ ਉਹ ਜਿਹੜਾ ਪਹਿਲਾਂ ਹੀ ਖਦਸ਼ਾ ਪ੍ਰਗਟ ਕਰਦੇ ਸੀ, ਕਿਉਂਕਿ ਜਦੋਂ ਲੱਖੋਵਾਲ ਹੋਰੀ ਗਏ ਸੀ ਸੁਪਰੀਮ ਕੋਰਟ 'ਚ, ਬਾਕੀ ਨੇ ਕਹਿ ਦਿੱਤਾ ਸੀ ਕਿ ਅਸੀਂ ਨਹੀਂ ਜਾਣਾ। ਬਿਲਕੁਲ ਹਾਂਜੀ, ਅਦਾਲਤਾਂ 'ਚ ਤਾਂ ਕਿਸਾਨ ਪਹਿਲਾਂ ਨਹੀਂ ਜਾਣਾ ਚਾਹੁੰਦੇ ਸੀ ਤੇ ਅਦਾਲਤਾਂ ਦੇ ਪਿਛਲੇ ਫੈਸਲਿਆਂ ਤੇ ਜਿੱਦਾਂ ਕਿੰਤੂ ਪਰੰਤੂ ਹੁੰਦਾ ਰਿਹਾ ਹੈ, ਉਹਨੂੰ ਲੈ ਕੇ ਵੀ ਜਿਹੜੇ ਹੈ ਬਹੁਤ ਲੋਕ ਚਿੰਤਤ ਸੀ। ਇਸ ਕਰਕੇ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਤੁਸੀਂ ਇੱਕ ਵਾਰ ਵਿਚਾਰ ਕਰ ਲਓ ਸਰਕਾਰ ਨੂੰ ਕਿ ਕੀ ਇਹਨਾਂ ਨੂੰ ਤੁਸੀਂ ਹੋਲਡ ਕਰ ਸਕਦੇ ਹੋ। ਤੇ ਕਿਸਾਨ ਯੂਨੀਅਨਾਂ ਹਾਲੇ ਤੱਕ ਤਾਂ ਪਾਰਟੀ ਨਹੀਂ ਹੈ, ਕਿ ਤੁਸੀਂ ਇਹ ਵੀ ਦੇਖੋ ਕਿ ਕਿਸਾਨ ਯੂਨੀਅਨਾਂ ਇਸ 'ਚ ਪਾਰਟੀ ਬਣ ਸਕਦੀਆਂ। ਜੇ ਬਣ ਸਕਦੀਆਂ ਤਾਂ ਕਿਹੜੀਆਂ ਕਿਸਾਨ ਯੂਨੀਅਨਾਂ, ਕੌਣ ਬੰਦਾ ਜਿਹੜਾ ਇਹਨਾਂ ਦੇ ਨੁਮਾਇੰਦੇ ਦੇ ਤੌਰ ਤੇ ਪੇਸ਼ ਹੋਊਗਾ, ਜਾਂ ਕਿਹੜੀ ਯੂਨੀਅਨ ਨੂੰ ਇਹਨਾਂ ਨੇ ਰਿਪਰੈਜ਼ੈਂਟ ਕਰ ਕੱਲ ਵਕੀਲਾਂ ਨਾਲ ਮੀਟਿੰਗ ਕੀਤੀ ਹੈ ਕਿਸੇ। ਦੇਖੋ ਇਹ ਹੈ ਵੀ ਪਿਛਲੇ ਕੱਲ ਜਿਹੜੀ ਹੈ ਉਹ ਮੀਟਿੰਗ ਹੋਈ ਹੈ। ਮੀਟਿੰਗ ਦੇ ਵਿੱਚ ਜਿਹੜੇ ਆ ਫੁਲਕਾ ਵਰਗੇ ਤੇ ਪ੍ਰਸ਼ਾਂਤ ਭੂਸ਼ਣ ਵਰਗੇ ਵੱਡੇ ਮਤਲਬ ਜਿਹੜੇ ਐਡਵੋਕੇਟਸ ਜਨਰਲ ਹੈਗੇ ਨੇ, ਉਹ ਐਡਵੋਕੇਟਸ ਜਿਹੜੇ ਆ ਉਹਨਾਂ ਜਿਨ੍ਹਾਂ ਨੇ ਕਹਿ ਕੇ ਗਏ ਨੇ ਉਹਨਾਂ ਦੀਆਂ ਸਟੇਜਾਂ ਦੇ ਵਿੱਚ ਤੁਹਾਡੇ ਕੇਸ ਫ੍ਰੀ ਲੜਾਂਗੇ, ਮੁਫਤ ਲੜਾਂਗੇ, ਉਹਨਾਂ ਨਾਲ ਹੋਈ। ਆਉਣ ਵਾਲੇ ਸਮੇਂ 'ਚ ਸੁਪਰੀਮ ਕੋਰਟ 'ਚ ਹੋ ਸਕਦਾ ਹੈ, ਲੇਕਿਨ ਹਾਲ ਦੀ ਘੜੀ ਸੁਪਰੀਮ ਕੋਰਟ ਨੇ ਗੋਂਗਲੂਆਂ ਤੋਂ ਮਿੱਟੀ ਝਾੜੀ, ਉਹ ਗੱਲ ਜਿਹੜੀ ਹੈ ਉਹ ਇੱਥੇ ਬਿਲਕੁਲ ਤੁਹਾਡੀ ਗੱਲ ਠੀਕ ਹੈ ਨਾ। ਹੁਣ ਇਹਦੇ ਨਾਲ ਹੀ ਅਗਲੀ ਚੀਜ਼ ਜਿਹੜੀ ਮੈਨੂੰ ਲੱਗ ਰਹੀ ਹੈ, ਗੱਲ ਮੈਂ ਹੋਰ ਤੁਹਾਡੇ ਜੀ ਤੇ ਕਹਿ ਦਾਂ ਕਿ ਉਹਨਾਂ ਨੇ ਕਿਹਾ ਕਿ ਫੰਡਾਮੈਂਟਲ ਰਾਈਟ ਹੈ ਤੁਹਾਡਾ। ਬਿਲਕੁਲ ਪਰ ਫਿਰ ਗੱਲ ਨਾਲ ਇੱਕ ਰਾਈਡਰ ਇਹ ਲੱਗ ਜਾਂਦਾ ਕਿ ਫੰਡਾਮੈਂਟਲ ਰਾਈਟ ਤੁਹਾਡਾ ਤਦ ਤੱਕ ਹੈ ਜਦ ਤੱਕ ਤੁਸੀਂ ਦੂਜੇ ਦੇ ਰਾਈਟ 'ਚ ਰੋੜਾ ਨਹੀਂ ਬਣਦੇ। ਬਿਲਕੁਲ ਤੁਸੀਂ ਤੁਹਾਡੀ ਬੋਲਣ ਦੀ ਆਜ਼ਾਦੀ ਦਾ ਅਧਿਕਾਰ ਤਦ ਤੱਕ ਹੈ ਜਦ ਤੱਕ ਤੁਸੀਂ ਦੂਜੇ ਨੂੰ ਠੇਸ ਨਹੀਂ ਪਹੁੰਚਾਉਂਦੇ। ਜੇ ਤੁਹਾਡੀ ਬੋਲਣ ਦੀ ਆਜ਼ਾਦੀ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਦੂਜੇ ਨੂੰ ਕੁਝ ਵੀ ਕਹਿ ਸਕਦੇ ਹੋ, ਜਦ ਤੱਕ ਦੂਜੇ ਦੀ ਆਜ਼ਾਦੀ 'ਚ ਦਖਲਅੰਦਾਜ਼ੀ ਨਹੀਂ ਕਰਦੀ ਤੁਹਾਡਾ ਅਧਿਕਾਰ ਤਦ ਤੱਕ ਹੈ। ਠੀਕ ਹੈ। ਸੋ ਇਹ ਵੀ ਸੁਪਰੀਮ ਕੋਰਟ ਹਮੇਸ਼ਾ ਕਹਿੰਦੀ ਹੈ। ਜਦੋਂ ਉਹਨਾਂ ਨੇ ਬਿਲਕੁਲ ਕਿਹਾ ਹੀ ਹੈ ਉਹਨਾਂ ਨੇ ਸਾਰੀਆਂ ਗੱਲਾਂ ਵੀ ਜਦੋਂ ਤੱਕ ਹਿੰਸਕ ਪ੍ਰਦਰਸ਼ਨ ਹਿੰਸਕ ਨਹੀਂ ਹੁੰਦਾ ਉਦੋਂ ਤੱਕ ਕੋਈ ਪੁਲਿਸ ਵੀ ਕਾਰਵਾਈ ਨਹੀਂ ਕਰ ਸਕਦੀ, ਕੋਈ ਫੋਰਸ ਕਾਰਵਾਈ ਨਹੀਂ ਕਰ ਸਕਦੀ। ਬਹੁਤ ਸਾਰੀਆਂ ਗੱਲਾਂ ਸੀ, ਲੇਕਿਨ ਗੱਲ ਤਾਂ ਉਹੀ ਆ ਗਈ ਗੋਂਗਲੂਆਂ ਤੋਂ ਮਿੱਟੀ ਵਾਲੀ। ਹੁਣ ਮੈਂ ਥੋੜੀ ਜਿਹੀ ਅਗਲੀ ਜਿਹੜੀ ਗੱਲ ਮੈਨੂੰ ਆ ਰਹੀ ਹੈ ਸਮਝ ਦੇ ਵਿੱਚ, ਮੈਂ ਤੁਹਾਡੇ ਕੋਲੋਂ ਜਾਣਕਾਰੀ ਲੈਣਾ ਚਾਹਾਂਗਾ ਵੀ ਪੰਜਾਬ ਦੀ ਸਿਆਸਤ ਦੇ ਉੱਤੇ 2022 ਦੇ ਵਿੱਚ ਚੋਣਾਂ ਨੇ, ਸਵਾ ਸਾਲ ਰਹਿ ਗਿਆ ਜੇ ਚੋਣਾਂ ਦੀ ਗੱਲ ਕਰੀਏ, ਕਿਉਂਕਿ ਫਰਵਰੀ ਦੇ ਵਿੱਚ ਚੜ੍ਹਦਾ ਹੀ 2022 ਦੇ ਵਿੱਚ ਹੋ ਜਾਣੀ ਹੈ। ਵੀ ਇਹਦੇ ਵਿੱਚ ਬੜਾ ਅਸਰ ਹੋਏਗਾ। ਇੱਕ ਕਾਂਗਰਸ ਪਾਰਟੀ, ਬੀਜੇਪੀ ਤਾਂ ਮੈਂ ਸਮਝਦਾ ਅੱਜ ਦੀ ਡੇਟ 'ਚ ਬੈਕਫੁੱਟ 'ਤੇ ਹੈ। ਅਕਾਲੀ ਦਲ ਵੀ ਹਲੇ ਕੋਈ ਇੰਨਾ ਅੱਗੇ ਨਹੀਂ ਆ ਰਿਹਾ। ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਥੋੜ੍ਹੀਆਂ ਲੱਗਦੀਆਂ ਨੇ ਜਿਹੜੀਆਂ ਕਦੀ ਹਮਾਇਤ 'ਤੇ ਨੇ, ਕਦੀ ਲੱਗਦੇ ਨਹੀਂ ਹਮਾਇਤ 'ਤੇ, ਮਤਲਬ ਇਸ ਹਿਸਾਬ ਨਾਲ। ਲੇਕਿਨ ਕਿਆ ਅਜਿਹਾ ਨਹੀਂ ਲੱਗਦਾ ਵੀ ਤਾਂ ਮੈਂ ਤੁਹਾਡੇ ਕੋਲੋਂ ਪੁੱਛਾਂਗਾ ਚਲੋ ਵੀ ਕੀ ਪ੍ਰਦ੍ਰਿਸ਼ ਬਣ ਸਕਦਾ? ਮੈਨੂੰ ਲੱਗਦਾ ਵੀ ਇੱਕ ਨਵੀਂ ਪਾਰਟੀ ਜਿਹੜੀ ਆ ਉਹ ਜੰਮਣ ਵਾਲੀ ਹੈ। ਇਹ ਤੁਹਾਡੀ ਗੱਲ ਠੀਕ ਹੈ। ਅਸੀਂ ਅੰਨਾ ਅੰਦੋਲਨ ਦੇਖਿਆ ਜੀ ਦਿੱਲੀ ਵਾਲਾ ਜੀ, ਭਾਵੇਂ ਕਿ ਲੋਕਪਾਲ ਦੇ ਮੁੱਦੇ ਨੂੰ ਲੈ ਕੇ ਸੀ ਤੇ ਲੋਕਪਾਲ ਅਜੇ ਤੱਕ ਆਇਆ ਕਿ ਨਹੀਂ ਆਇਆ ਉਹ ਤਾਂ ਉੱਥੇ ਹੀ ਹੈ, ਪਰ ਸਾਨੂੰ ਨਵੇਂ ਚਿਹਰੇ ਲੀਡਰਾਂ ਦੇ ਤੌਰ ਤੇ, ਮੁੱਖ ਮੰਤਰੀ ਦੇ ਮੰਤਰੀ ਦੇ ਤੌਰ ਤੇ ਮਿਲ ਗਏ।
ਐਡਾ ਵੱਡਾ ਅੰਦੋਲਨ ਸੀ। ਬਿਲਕੁਲ ਪੰਜਾਬ ਦਾ ਵੀ ਮੈਨੂੰ ਇਹ ਲੱਗਦਾ ਹੈ ਕਿ ਦਾਵੜਾ ਜੀ ਹੋਰ ਕੁਝ ਹੋਵੇ ਨਾ ਹੋਵੇ, ਅੱਜ ਕਿਸਾਨਾਂ ਦੀ ਇਹ ਹਾਸਲ ਹੈ ਕਿ ਇੰਨਾ ਏਕਾ ਅਸੀਂ ਪਹਿਲੀ ਵਾਰ ਦੇਖਿਆ। ਬਿਲਕੁਲ ਅਕ੍ਰੋਸ ਪਾਰਟੀ ਲਾਈਨ ਹਰ ਵਰਗ ਦਾ ਸਮਰਥਨ ਜਿਹੜਾ ਹੈ ਉਹ ਕਿਸਾਨਾਂ ਦੇ ਨਾਲ ਹੈ। ਹਰ ਵਿਅਕਤੀ ਉਹਨਾਂ ਦੀ ਕਿਸੇ ਨਾ ਕਿਸੇ ਤਰ੍ਹਾਂ ਜਿੱਦਾਂ ਵੀ ਉਹ ਮਦਦ ਕਰ ਸਕਦਾ ਕਰ ਰਿਹਾ, ਚਾਹੇ ਉਹ ਮਾਈਕ ਤੌਰ ਤੇ ਵੀ ਕਰ ਰਿਹਾ, ਕੋਈ ਟਰੈਕਟਰ ਟਰਾਲੀਆਂ ਲੈ ਕੇ ਜਾ ਰਿਹਾ, ਹਰ ਤਰ੍ਹਾਂ ਲੋਕਾਂ ਦੀ ਮਦਦ ਹੋ ਰਹੀ ਹੈ ਤੇ ਐਡਾ ਹਜੂਮ ਜਿਹੜਾ ਹੈ ਉਹ ਕਿਸਾਨਾਂ ਦੇ ਨਾਲ ਹੈ। ਡੈਮੋਕ੍ਰੇਸੀ 'ਚ ਹੁੰਦਾ ਕੀ ਕਿ ਪਾਲਿਸੀ ਮੈਟਰ ਤਾਂ ਅਕਸਰ ਨੂੰ ਜਿਹੜੇ ਹੈ ਉਹ ਸਰਕਾਰਾਂ ਨੇ ਬਣਾਉਣੇ ਹੁੰਦੇ ਜੀ, ਤੁਸੀਂ ਸਿਰਫ ਦਬਾਅ ਸਮੂਹ ਦੇ ਤੌਰ ਤੇ ਕੰਮ ਕਰ ਸਕਦੇ। ਸੋ ਜਦ ਐਡਾ ਵੱਡਾ ਇੱਕ ਅੰਦੋਲਨ ਖੜਾ ਹੋ ਗਿਆ, ਮੈਂ ਸਮਝਦਾ ਕਿ ਕਿਸਾਨਾਂ ਨੂੰ ਹੁਣ ਇਹ ਕਰਨਾ ਚਾਹੀਦਾ ਕਿ ਉਹਨਾਂ ਨੂੰ ਇੱਕ ਨਵਾਂ ਆਪਣਾ ਸਿਆਸੀ ਮੁਹਾਵਰਾ ਜਿਹੜਾ ਹੈ ਪੰਜਾਬ ਦੇ ਲੋਕਾਂ ਨੂੰ ਦੇਣਾ ਚਾਹੀਦਾ। ਇਸ ਦੇ ਬਾਵਜੂਦ ਕਿ 13 ਯੂਨੀਅਨ ਜਿਹੜੀਆਂ ਕਾਮਰੇਡਾਂ ਨਾਲ ਸੰਬੰਧਿਤ ਨੇ, ਨਹੀਂ, ਕਾਮਰੇਡਾਂ ਨਾਲ ਸੰਬੰਧਿਤ ਹੋਣਾ ਕੋਈ ਗੁਨਾਹ ਨਹੀਂ ਹੈ, ਕਾਮਰੇਡਾਂ ਨਾਲ ਸੰਬੰਧਿਤ ਹੋ ਸਕਦੇ। ਨਹੀਂ ਉਹ ਕਮਿਊਨਿਟੀ ਦੇਖੋ, ਉਹਨਾਂ ਦਾ ਆਪਣਾ ਵਿਚਾਰਧਾਰਾ ਹੈ, ਆਪਣੀ ਸੋਚ ਹੈ, ਉਹ ਕਿਸ ਤਰ੍ਹਾਂ ਪਾਰਟੀ ਦੇ ਵਿੱਚ ਦੂਸਰੀ ਪਾਰਟੀ 'ਚ ਆ ਸਕਦੇ। ਨਹੀਂ, ਕਾਮਰੇਡਾਂ ਨਾਲ ਉਹਨਾਂ ਦਾ ਡਾਇਰੈਕਟ ਐਫੀਲੀਏਸ਼ਨ ਤਾਂ ਕਿਸੇ ਨਾਲ ਨਹੀਂ ਹੈ, ਪਰ ਇਹ ਹੈ ਕਿ ਜਿੱਦਾਂ ਅਸੀਂ ਪਹਿਲਾਂ ਗੱਲ ਕੀਤੀ ਸੀ, ਸੋਸ਼ਲਿਸਟਿਕ ਸੋਚ ਰੱਖਦੇ ਆ ਕਿ ਸਰਕਾਰ ਦੇ ਕਿਹੜੇ ਚੀਜ਼ਾਂ ਜਿਹੜੀਆਂ ਸਰਕਾਰ ਦੇ ਦਾਇਰੇ 'ਚ ਹੋਣੀਆਂ ਚਾਹੀਦੀਆਂ, ਪ੍ਰਾਈਵੇਟਾਈਜੇਸ਼ਨ ਨੂੰ ਨਹੀਂ ਬਹੁਤਾ ਮਹੱਤਵ ਦੇਣਾ ਚਾਹੀਦਾ। ਪਰ ਸਿਆਸੀ ਬਦਲ ਇਹ ਜ਼ਰੂਰ ਐਡਾ ਵੱਡਾ ਜਦ ਹਾਸਲ ਕੀਤਾ ਹੈ ਤਾਂ ਇਹ ਵੀ ਕਿਸਾਨਾਂ ਨੂੰ ਦੇਖ ਲੈਣਾ ਚਾਹੀਦਾ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀਆਂ ਸਿਹਤ ਸਹੂਲਤਾਂ 'ਚ ਸੁਧਾਰ ਹੋਇਆ, ਪਿਛਲੀਆਂ ਸਰਕਾਰਾਂ ਨੇ ਨਹੀਂ ਕੀਤਾ, ਉਹਨਾਂ ਦੇ ਕੰਮ ਨਹੀਂ ਹੋਏ, ਤਾਂ ਤੁਹਾਨੂੰ ਜਿਹੜਾ ਹੈ ਉਹ ਕਰਕੇ ਦੱਸਣ ਲਈ ਆਹ ਸਾਡਾ ਰੋਡ ਮੈਪ ਹੈ, ਆਹ ਸਾਡਾ ਬਲੂ ਪ੍ਰਿੰਟ ਹੈ, ਅਸੀਂ ਕਰਕੇ ਦੱਸਾਂਗੇ, ਸਾਨੂੰ ਇੱਕ ਵਾਰ ਮੌਕਾ ਦਿਓ। ਇੱਕ ਨਵੀਂ ਸਿਆਸੀ ਪਾਰਟੀ, ਕਿਸਾਨ ਸਿਆਸੀ ਪਾਰਟੀ ਕਹਿ ਲਓ ਜਾਂ ਕਿਸਾਨ ਪਾਰਟੀ ਕਹਿ ਲਓ, ਇਹ ਉੱਠਣ ਦੀ ਮੈਨੂੰ ਤਾਂ ਸੰਭਾਵਨਾ ਪੂਰੀ ਲੱਗਦੀ ਹੈ ਕਿ ਪੰਜਾਬ 'ਚ ਹੋ ਸਕਦੀ ਹੈ। ਤੁਹਾਡਾ ਮਤਲਬ ਹੈ ਵੀ ਜਿਸ ਤਰ੍ਹਾਂ ਅੰਨਾ ਅੰਦੋਲਨ ਦੇ ਵਿੱਚੋਂ ਕੇਜਰੀਵਾਲ ਇੱਕ ਜਿਹੜੀ ਸੀ ਉਹ ਨਿਕਲਿਆ ਸੀ, ਉੱਥੇ ਵੀ ਕੋਈ ਨਾ ਕੋਈ ਅਜਿਹਾ ਨੇਤਾ ਬਣ ਕੇ ਨਿਕਲਣਾ ਚਾਹੀਦਾ ਜਿਹੜਾ ਆਵੇ। ਡੈਮੋਕ੍ਰੇਸੀ ਤੁਹਾਡਾ ਅਧਿਕਾਰ ਹੈ, ਜੇ ਤੁਹਾਨੂੰ ਇੰਨੇ ਲੋਕਾਂ ਦਾ ਸਮਰਥਨ ਹੈ ਤੇ ਤੁਹਾਡੇ ਕੋਲ ਇੱਕ ਰੋਡ ਮੈਪ ਹੈ ਲੋਕਾਂ ਵਾਸਤੇ ਕਿ ਪਿਛਲਾ ਇਹਦੇ 'ਚ ਆਹ ਕਮੀਆਂ ਸੀ, ਸਾਡੇ ਕੋਲ ਆਹ ਪ੍ਰੋਗਰਾਮ ਹੈ ਜਿਹਦੇ 'ਚ ਅਸੀਂ ਆਹ ਕਰਨਾ ਚਾਹੁੰਦੇ ਹਾਂ ਤੇ ਆਹ ਬਦਲ ਅਸੀਂ ਲੋਕਾਂ ਸਾਹਮਣੇ ਰੱਖਣਾ ਚਾਹੁੰਦੇ ਹਾਂ, ਤੇ ਲੋਕਾਂ ਤੋਂ ਉਹਦੀ ਪ੍ਰਵਾਨਗੀ ਲੈਣ ਲਈ ਸਭ ਤੋਂ ਵੱਡਾ ਜਿਹੜਾ ਵਸੀਲਾ ਹੁੰਦਾ ਤਾਂ ਇਲੈਕਸ਼ਨ ਹੀ ਹੁੰਦਾ। ਤੇ ਇਲੈਕਸ਼ਨ ਲਈ ਲੜਨ ਲਈ ਇੱਕ ਪਲੇਟਫਾਰਮ, ਇੱਕ ਪਾਰਟੀ ਤਾਂ ਜ਼ਰੂਰ ਚਾਹੀਦੀ ਹੈ ਕਿ ਤੁਸੀਂ ਕਿਸੇ ਨਾ ਕਿਸੇ ਰੂਪ 'ਚ ਉਹ ਲੋਕਾਂ ਦੀਆਂ ਆਪਣੀਆਂ ਪਾਲਿਸੀਆਂ ਤੇ ਲੋਕਾਂ ਦੀ ਮੋਹਰ ਲਵਾਉਣ ਲਈ ਇਲੈਕਸ਼ਨ ਹੀ ਸਭ ਤੋਂ ਵਧੀਆ ਤਰੀਕਾ ਹੁੰਦਾ। ਔਰ ਮੇਰੇ ਹਿਸਾਬ ਦੇ ਨਾਲ ਲੋਕ ਪੰਜਾਬ ਦੇ ਦੇਖ ਵੀ ਰਹੇ ਨੇ ਕਿ ਕੋਈ ਪਾਰਟੀ ਅੱਗੇ ਆਵੇ ਨਵੀਂ। ਇਹ ਦਾਵੜਾ ਜੀ ਅੱਜ ਤੋਂ ਨਹੀਂ ਦੇਖ ਰਹੇ। ਅਸੀਂ ਦੇਖਿਆ ਜਦੋਂ ਆਮ ਆਦਮੀ ਪਾਰਟੀ ਨੂੰ 4 ਸੀਟਾਂ ਮੈਂਬਰ ਲੋਕ ਸਭਾ 'ਚ ਮਿਲੀਆਂ ਸੀ, ਲੋਕਾਂ ਦਾ ਝੁਕਾਅ ਉਦੋਂ ਹੀ ਪਤਾ ਲੱਗ ਗਿਆ ਸੀ ਕਿ ਲੋਕ ਕਿਸੇ ਨਾ ਕਿਸੇ ਤੀਜੇ ਤੇ ਹੁਣ ਮੈਂ ਕਹਿ ਸਕਦਾ ਚੌਥੇ ਬਦਲ ਵੱਲ ਵੀ ਦੇਖ ਰਹੇ ਹਾਂ। ਉਹ ਤੋਂ ਬਾਅਦ ਜਦੋਂ ਆਮ ਆਦਮੀ ਪਾਰਟੀ ਨੂੰ 20-22 ਸੀਟਾਂ ਮਿਲ ਗਈਆਂ ਸੀ, ਪ੍ਰਿੰਸੀਪਲ ਆਪੋਜੀਸ਼ਨ ਪਾਰਟੀ ਪਹਿਲੀ ਵਾਰ ਚੋਣਾਂ ਲੜਨ ਦੇ ਬਾਵਜੂਦ ਬਣ ਗਈ ਸੀ, ਉਸ ਵੀ ਪਤਾ ਲੱਗਦਾ ਸੀ ਕਿ ਲੋਕਾਂ 'ਚ ਬਦਲਾਅ ਲਈ ਇੱਕ ਝੁਕਾਅ ਹੈ। ਤੇ ਹੁਣ ਜੇ ਉਸ ਬਦਲਾਅ ਦੇ ਝੁਕਾਅ ਨੂੰ ਅੱਜ ਜਿਹੜਾ ਹੈ ਐਡਾ ਵੱਡਾ ਸਮਰਥਨ ਮਿਲ ਰਿਹਾ ਹੈ ਤੇ ਉਹ ਸਮਰਥਨ ਨੂੰ ਅਜਾਈ ਨਹੀਂ ਜਾਣ ਦੇਣਾ ਚਾਹੀਦਾ। ਉਹ ਹਾਸਲ ਜਿਹੜਾ ਹੈ ਉਹਨੂੰ ਕਿਤੇ ਨਾ ਕਿਤੇ ਮੁਕਾਮ ਤੇ ਪਹੁੰਚਾਉਣ ਲਈ ਜਿਹੜਾ ਹੈ ਕਿਸਾਨ ਯੂਨੀਅਨਾਂ ਨੂੰ ਸੀਰੀਅਸਲੀ ਦੇ ਬਾਰੇ ਸੋਚਣਾ ਚਾਹੀਦਾ। ਮਤਲਬ ਇਹ ਕਿਹਾ ਜਾ ਸਕਦਾ ਵੀ ਇਹ ਸਮਾਂ ਆਉਣ ਵਾਲਾ ਜਿਹੜਾ ਹੈ ਉਹ ਨਵੀਂ ਪਾਰਟੀ ਜਿਹੜੀ ਹੈ ਕਿਤੇ ਨਾ ਕਿਤੇ ਜਨਮ ਲੈ ਸਕਦੀ ਹੈ ਤੇ ਪੰਜਾਬ ਦੀ ਸਿਆਸਤ ਦੇ ਵਿੱਚ ਜਿਹੜੇ ਚੰਗੇ ਖਿਲਾੜੀ ਨੇ ਉਹ ਵੀ ਉਸ ਚਪੇਟ ਦੇ ਵਿੱਚ ਆ ਸਕਦੇ। ਇਹ ਕਿੰਨੀ ਉਹਨੂੰ ਤਰੀਕੇ ਨਾਲ, ਕਿੰਨੀ ਸਮਝਦਾਰੀ ਨਾਲ, ਕਿੰਨੀ ਘੋਖ ਕੇ ਕਰਦੇ ਆ, ਇਹ ਵੱਖਰਾ ਮੈਟਰ ਹੈ, ਪਰ ਲੋਕਾਂ 'ਚ ਬਦਲਾਅ ਲਈ ਚਾਹਤ ਹੈ। ਬਿਲਕੁਲ, ਲੋਕਾਂ 'ਚ ਬਦਲਾਅ ਲਈ ਚਾਹਤ ਹੈ। ਬਦਲਾਅ ਕਿੰਨਾ ਕੁ ਹੋਏਗਾ ਇਹ 2022 ਦੀਆਂ ਚੋਣਾਂ ਹੀ ਦੱਸਣਗੀਆਂ, ਲੇਕਿਨ ਫਿਲਹਾਲ ਕਿਸਾਨ ਜਿਹੜੇ ਨੇ ਉਹ ਦਿੱਲੀ ਦੇ ਬੂਹੇ ਦੇ ਉੱਤੇ ਖੜੇ ਹੋਏ ਨੇ ਕਿ ਕਦੋਂ ਉਹਨਾਂ ਦੀ ਸਮੱਸਿਆ ਦਾ ਹੱਲ ਹੋਵੇ। ਤੇ ਮੋਦੀ ਸਾਹਿਬ ਗੱਲਾਂ ਕਰਕੇ ਨਹੀਂ, ਗੱਲਾਂ ਨੂੰ ਅੰਜਾਮ ਤੱਕ ਪਹੁੰਚਾ ਕੇ ਹੀ ਇਸ ਦਾ ਹੱਲ ਨਿਕਲ ਸਕਦਾ ਹੈ। ਤੇ ਇਹ ਹੱਲ ਜਿੰਨੀ ਜਲਦੀ ਨਿਕਲ ਜਾਵੇ ਉਨਾ ਹੀ ਤੁਹਾਡਾ ਬਹੁਤ ਫਾਇਦਾ ਹੋਏਗਾ, ਪੰਜਾਬ ਦਾ ਫਾਇਦਾ ਹੋਏਗਾ, ਦੇਸ਼ ਦਾ ਫਾਇਦਾ ਹੋਏਗਾ। ਰਾਣਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਦੋਸਤੋ ਤੁਹਾਡਾ ਵੀ ਕਰਦੇ ਹੋਏ ਧੰਨਵਾਦ। ਹੁਣ ਲੈਂਦੇ ਆ ਗਿਆ, ਪਰ ਉਹਨਾਂ ਦੋਸਤਾਂ ਨੂੰ ਫਿਰ ਬੇਨਤੀ ਹੈ ਜਿਹੜੇ ਸਾਡਾ ਪ੍ਰੋਗਰਾਮ ਦੇਖ ਰਹੇ ਨੇ ਤੇ ਜਿਨ੍ਹਾਂ ਨੇ ਹਲੇ ਤੱਕ SDTV ਪ੍ਰਾਈਮ ਨੂੰ ਸਬਸਕ੍ਰਾਈਬ ਨਹੀਂ ਕੀਤਾ, SDTV ਪ੍ਰਾਈਮ ਨੂੰ ਸਬਸਕ੍ਰਾਈਬ ਕਰੋ ਤੇ ਸਬਸਕ੍ਰਾਈਬ ਕਰਨ ਤੋਂ ਬਾਅਦ ਬੈਲ ਆਈਕਨ ਨੂੰ ਜ਼ਰੂਰ ਦਬਾ ਦੇਣਾ, ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪੁੱਜਦੇ ਰਹਿ ਸਕਣ। ਹੁਣ ਦਿਓ ਆਗਿਆ।